ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੰ, ਗੁਰ ਹਿਰਦੈ ਧਿਆਵੰ। ਸ੍ਰੀ ਗੁਰੂ ਰਾਮਦਾਸ ਗੁਣ ਗਾਵੰ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰਮ ਧਰਾ ਪਰ ਪੁਨః ਪੁਨః ਸੀਸਾ, ਪੁਨঃ ਪੁਨঃ ਸੀਸਾ। ਬੰਦਮ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦਮ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਨ, ਜਿਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਇਸ ਮਨ ਕੋ ਜੋ ਜੀਤਨ ਕਰਹੀ, ਸੋ ਪਰਮ ਪਦ ਕੇ ਅਨਸਰਹੀ। ਕਾਰਨ ਅਲਪ ਸੁਖਨ ਕੇ ਸਾਧੂ, ਜਾਤ ਜਨਮ ਖੁਐ ਆਪਨ ਬਾਧੂ। ਇਸ ਮਨ ਕੋ ਜੋ ਜੀਤਨ ਕਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਪਾਵਨ ਭਗਤ ਵਛਲ, ਦੀਨਾ ਬੰਧੂ ਦੀਨਾਂ ਦੇ ਨਾਥ। ਸਮੁੱਚੀ ਹੀ ਮਾਨਵਤਾ ਦੇ ਸਾਂਝੇ ਰਹਿਬਰ, ਵਾਲੀਏ ਕੁੱਲ ਜਹਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਮਹਾਨ ਕਿਰਪਾ ਮਿਹਰਾਮਤ ਦੇ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਸ਼ਾਮ ਵੇਲੇ ਦੇ ਸੰਧਿਆ ਦੇ ਦੀਵਾਨ ਸੱਜ ਰਹੇ ਨੇ। ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਵਾਰਤਾ ਦਾ ਸਾਨੂੰ ਸਮਾਂ ਪ੍ਰਾਪਤ ਹੋ ਰਿਹਾ। ਸੋ ਆਓ ਗੁਰੂ ਕੇ ਸਿੱਖੋ, ਜਿਤਨੇ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤਾਂ ਨੇ, ਆਪਾਂ ਸਾਰੇ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ
ਅੰਮ੍ਰਿਤਮਈ ਇਤਿਹਾਸ ਸ਼੍ਰਵਣ ਕਰਕੇ ਆਪ ਦੀ ਜ਼ਿੰਦਗੀ ਦੇ ਸਵਾਸਾਂ ਨੂੰ ਸਫਲਿਆਂ ਕਰੀਏ। ਜੋ ਕਿ ਪਿੱਛੇ ਅਸੀਂ ਪ੍ਰਸੰਗ ਸੁਣ ਰਹੇ ਸਾਂ ਕਿ ਦੀਨ ਦੁਨੀਆ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਆਪ ਦੇ ਪਿੰਡ ਤਲਵੰਡੀ ਵਿਖੇ ਠਹਿਰੇ ਨੇ, ਕਿਉਂਕਿ ਤਕਰੀਬਨ 12 ਸਾਲਾਂ ਤੋਂ ਬਾਅਦ 3 ਉਦਾਸੀਆਂ ਕਰਕੇ ਜਦੋਂ ਸਤਿਗੁਰੂ ਜੀ ਆਪ ਦੇ ਘਰ ਆਏ ਨੇ, ਬਹੁਤੀਆਂ ਜੋਦੜੀਆਂ ਬੇਨਤੀਆਂ ਕਰਕੇ ਮਾਤਾ ਨੇ ਸਤਿਗੁਰਾਂ ਨੂੰ ਆਪ ਦੇ ਕੋਲ ਹੀ ਰੱਖ ਲਿਆ ਹੈ, ਜਾਣ ਹੀ ਨਾ ਦਿੱਤਾ। ਤਾਂ ਫਿਰ ਬਾਬਾ ਕਲਿਆਣ ਦਾਸ ਜੀ ਤਿਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਕੰਮ ਧੰਦਾ ਕਰ ਲਓ, ਤੁਸੀਂ ਹੁਣ ਪਰਿਵਾਰ ਦਾ ਕੁਛ ਸੋਚ ਲਓ। ਤਾਂ ਸਤਿਗੁਰੂ ਜੀ ਨੇ ਬਾਬਾ ਕਲਿਆਣ ਦਾਸ ਜੀ ਨੂੰ ਬ੍ਰਹਮ ਗਿਆਨ ਦ੍ਰਿੜ ਕਰਾਇਆ ਹੈ, ਦੱਸਿਆ ਹੈ ਕਿ ਬਾਬਾ ਜੀ ਇਹ ਪਿਤਾ ਜੀ ਸੰਸਾਰ ਵਿੱਚ ਮਨੁੱਖ ਦਾ ਜਿਹੜਾ ਮੁੱਖ ਕਾਰਜ ਹੈ ਉਹ ਇਹ ਹੈ ਕਿ ਤਨ ਚੇਤਨ ਚੇਤਨ ਹਿਤ ਦਿਓ, ਨਾ ਭੋਗਨ ਹਿਤ ਗੋਬਿੰਦ ਦਿਓ। ਇਹ ਪਿਤਾ ਜੀ ਇਹ ਸਾਨੂੰ ਜਿਹੜੇ ਸਵਾਸ ਮਿਲੇ ਨੇ ਇਹ ਪਰਮਾਤਮਾ ਦੀ ਬੰਦਗੀ ਵਾਸਤੇ, ਉਹਦਾ ਸ਼ੁਕਰ ਕਰਨੇ ਵਾਸਤੇ ਮਿਲੇ ਨੇ, ਤਾਂ ਕਿ ਅਸੀਂ ਉਹਦੀ ਕਮਾਈ ਕਰ ਸਕੀਏ, ਉਹਦਾ ਰੋਜ਼ ਸ਼ੁਕਰ ਕਰ ਸਕੀਏ। ਇਹ ਪਿਤਾ ਜੀ ਹੁਣ ਸਾਡਾ ਧਿੰਨਤਾ ਪ੍ਰਤੀ ਉਸ ਵਾਹਿਗੁਰੂ ਵੱਲ ਧਿਆਨ ਲੱਗਾ ਰਹਿੰਦਾ ਹੈ, ਸਾਡਾ ਵਿਵਹਾਰ ਕਰਨੇ ਨੂੰ ਚਿੱਤ ਨਹੀਂ ਕਰਦਾ ਹੈ, ਸਾਡਾ ਮਨ ਹੀ ਨਹੀਂ ਕਰਦਾ ਹੈ। ਤਾਂ ਬਾਬਾ ਕਲਿਆਣ ਦਾਸ ਜੀ ਕਹਿਣ ਲੱਗੇ ਕਿ ਮੇਰਾ ਹੁਣ ਆਖਰੀ ਸਮਾਂ ਆ ਗਿਆ ਹੈ, ਫਿਰ ਮੈਂ ਜਦੋਂ ਚਲੇ ਜਾਵਾਂਗਾ ਫਿਰ ਤਾਂ ਕਰੇਗਾ ਨਾ ਕੰਮ। ਥੋੜ੍ਹਾ ਵੈਰਾਗ ਵਿੱਚ ਆ ਗਏ। ਤਾਂ ਫਿਰ ਬਾਬਾ ਕਲਿਆਣ ਦਾਸ ਜੀ ਨੂੰ ਮੁਕਤ ਕਰਨੇ ਵਾਸਤੇ ਸਤਿਗੁਰਾਂ ਨੇ ਪਹਿਲਾਂ ਤਾਂ ਕਿਹਾ ਹੈ ਕਿ ਐ ਪਿਤਾ ਜੀ ਤੁਸੀਂ ਫਿਕਰ ਨਾ ਕਰੋ, ਕੋਈ ਪਰਮਾਤਮਾ ਕਿਰਪਾ ਕਰਨਗੇ ਤੁਹਾਡੇ 'ਤੇ। ਫਿਰ ਇਹਨਾਂ ਨੇ ਆਖਿਆ ਕਿ ਸਾਡੇ ਵੱਡੇ ਵਡੇਰੇ ਜਿਵੇਂ ਪਰਲੋਕ ਗਮਨ ਕਰ ਗਏ ਨੇ, ਕਿਵੇਂ ਅਸੀਂ ਵੀ ਇੱਦਾਂ ਹੀ ਭਟਕਾਂਗੇ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਤੁਹਾਡੇ ਵੱਡੇ ਵਡੇਰੇ ਉਹ ਭਟਕਦੇ ਨਹੀਂ ਪਏ ਹੈ, ਸਗੋਂ ਉਹ ਸੱਚਖੰਡ ਵਿੱਚ ਹੈ। ਬਾਬਾ ਕਲਿਆਣ ਦਾਸ ਜੀ ਕਹਿਣ ਲੱਗੇ ਕਿ ਮੈਨੂੰ ਯਕੀਨ ਨਹੀਂ ਆਉਂਦਾ ਹੈ, ਕਿਉਂਕਿ ਜਿੰਨਾ ਚਿਰ ਅੱਖੀ ਨਾ ਦੇਖਿਆ ਜਾਏ ਭਰੋਸਾ ਨਹੀਂ ਹੁੰਦਾ ਹੈ। ਤਾਂ ਮੈਨੂੰ ਕੁਛ ਅੱਖਾਂ ਦੁਆਰਾ ਦਿਖਾਓ, ਚਕਸ਼ੂ ਦੁਆਰਾ ਦਿਖਾਓ ਮੇਰੇ ਤਾਈਂ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਬਾਬਾ ਜੀ ਤੁਸੀਂ ਅੱਖਾਂ ਮੀਟ ਕੇ ਬੈਠੋ, ਫਿਰ ਦੇਖੋ ਆਨੰਦ। ਅੱਖਾਂ ਮੀਟੀਆਂ ਨੇ ਜਿਸ ਵਕਤ, ਤਾਂ ਕੀ ਦੇਖਿਆ ਹੈ? ਸੁਰਤੀ ਦੁਆਰਾ ਹੀ, ਕਿਉਂਕਿ ਗੁਰਮਤਿ ਵਿੱਚ ਤਾਂ ਸੁਰਤੀ ਦੀ ਸਵਾਰੀ ਹੈ, ਧਿਆਨ ਦੀ ਸਾਧਨਾ ਹੈ ਸਾਰੀ। ਤਾਂ ਸੁਰਤੀ ਦੁਆਰਾ ਹੀ ਸਤਿਗੁਰੂ ਜੀ ਨੇ ਬਾਬਾ ਕਲਿਆਣ ਦਾਸ ਜੀ ਨੂੰ ਸੱਚਖੰਡ ਦਾ ਨਜ਼ਾਰਾ ਦਿਖਾ ਦਿੱਤਾ ਹੈ। ਕੀ ਦੇਖਿਆ ਹੈ ਕਿ ਵੱਡੇ ਵਡੇਰੇ ਜਿਤਨੇ ਦਾਦੇ ਪੜਦਾਦੇ ਨੇ, ਪਿਤਾ ਹੈ ਉਹਨਾਂ ਦਾ, ਸਾਰੇ ਬੈਠੇ ਹੋਏ ਨੇ, ਔਰ ਬਹੁਤ ਰਮਣੀਕ ਜਗ੍ਹਾ ਹੈ ਜਿੱਥੇ ਕਹਿਣ ਲੱਗੇ ਸਾਰਾ ਹੀ ਸੋਨਾ ਹੀ ਸੋਨਾ ਬਣਿਆ ਹੋਇਆ ਹੈ। ਇੱਥੇ ਕੋਈ ਸੰਸਥਾ ਕਰਨੇ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਸਾਰੇ ਲੋਕ ਹਨ। ਤਾਂ ਕਰਕੇ ਬਾਬਾ ਕਲਿਆਣ ਦਾਸ ਜੀ ਨੇ ਜਦੋਂ ਧਿਆਨ ਦਿਆਰਾ ਹੀ ਆਪਦੇ ਸਾਧਨਾ ਦੁਆਰਾ ਦੇਖਦਾ ਪਿਆ ਹੈ, ਕਿਉਂਕਿ ਕੋਲ ਸਤਿਗੁਰੂ ਬੈਠੇ ਹੈ, ਫਿਰ ਕੋਈ ਸਾਧਨ ਕਰਨੇ ਦੀ ਜ਼ਰੂਰਤ ਨਹੀਂ ਹੈ। ਸੁਭਾਵਿਕ ਬਾਬਾ ਕਲਿਆਣ ਦਾਸ ਜੀ ਨੂੰ ਸੱਚਖੰਡ ਦਾ ਨਜ਼ਾਰਾ ਨਜ਼ਰ ਆ ਰਿਹਾ ਹੈ। ਦੇਖ ਕੇ ਤੇ ਆਪਦੇ ਵੱਡੇ ਵਡੇਰਿਆਂ ਨੂੰ ਪੁੱਛਦੇ ਹੈ ਕਿ ਤੁਸੀਂ ਇੱਥੇ ਕਿਵੇਂ ਆ ਗਏ? ਤੁਸੀਂ ਜਦੋਂ ਤੋਂ ਸਰੀਰ ਤਿਆਗ ਕੇ ਆਏ ਹੋ ਕਿ ਉਦੋਂ ਤੋਂ ਇੱਥੇ ਵਸਦੇ ਹੋ ਆ ਕੇ? ਤਾਂ ਉਹਨਾਂ ਆਖਿਆ ਨਹੀਂ ਕਾਲੂ, ਜਦੋਂ ਤੋਂ ਤੇਰੇ ਘਰ ਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਜਦੋਂ ਤੋਂ ਉਹਨਾਂ ਨੇ ਆ ਕੇ ਇੱਥੇ ਤੇਰੇ ਘਰ ਆ ਕੇ ਆਗਮਨ ਕੀਤਾ ਹੈ, ਉਸ ਦਿਨ ਤੋਂ ਸਾਡੀ ਕਲਿਆਣ ਹੋ ਗਈ, ਅਸੀਂ ਸੱਚਖੰਡ ਵਿੱਚ ਵਸਦੇ ਹਾਂ। ਤਾਂ ਫਿਰ ਬਾਬਾ ਕਲਿਆਣ ਦਾਸ ਜੀ ਕਹਿੰਦੇ ਕਿ ਮੈਨੂੰ ਵੀ ਇੱਥੇ ਰੱਖ ਲਓ, ਮੈਂ ਨਹੀਂ ਹੁਣ ਮਾਤ ਲੋਕ ਵਿੱਚ ਜਾਣਾ ਹੈ। ਤਾਂ ਉਸ ਵੇਲੇ ਸਤਿਗੁਰੂ ਜੀ ਨੇ ਬਾਬਾ ਕਲਿਆਣ ਦਾਸ ਜੀ ਨੂੰ ਕੋਲ ਬੈਠੇ ਨੂੰ ਥੋੜ੍ਹਾ ਝੰਜੋੜਿਆ, ਹੱਥ ਥੋੜ੍ਹਾ ਜਿਹਾ ਫੜ ਕੇ ਹਿਲਾਇਆ ਅਤੇ ਕਿਹਾ ਪਿਤਾ ਜੀ ਹਾਲੇ ਤੁਹਾਡੀ ਜ਼ਿੰਦਗੀ ਦੇ ਸਵਾਸ ਪਏ ਨੇ, ਫਿਰ ਤੁਹਾਨੂੰ ਉੱਥੇ ਭੇਜ ਦੇਵਾਂਗੇ ਜਿੱਥੇ ਤੁਹਾਡੇ ਵੱਡੇ ਵਡੇਰੇ ਨੇ, ਥੋੜ੍ਹੇ ਸਵਾਸ ਹਾਲੇ ਪਏ ਹੈ, ਕਿਉਂਕਿ ਉਹ ਆਨੰਦ ਛੱਡਣ ਨੂੰ ਚਿੱਤ ਨਹੀਂ ਕਰਦਾ ਹੈ। ਅੱਜ ਜਦੋਂ ਕੋਈ ਮਨੁੱਖ ਦੇ ਕੁਝ ਘਰ ਵਿੱਚ ਕੋਈ ਸ਼ਾਦੀ ਹੋਏ, ਕੋਈ ਆਨੰਦ ਕਾਰਜ ਹੋਏ, ਤਾਂ ਮਨੁੱਖ ਸੋਚਦਾ ਜੀ ਹੁਣ ਦਿਨ ਬਤੀਤ ਨਾ ਹੋਏ ਸਾਰਾ, ਇਹ ਦਿਨ ਇੱਦਾਂ ਹੀ ਲੱਗਾ ਰਹੇ, ਕਿਉਂਕਿ ਆਨੰਦ ਦੇ ਵਿੱਚ, ਸੁੱਖ ਦੇ ਵਿੱਚ ਕਿਹੜਾ ਮਨੁੱਖ ਹੈ ਜਿਹੜਾ ਕਹੇ ਕਿ ਮੇਰਾ ਹੁਣ ਸੁੱਖ ਖੁੱਸ ਜਾਏ। ਬਾਬਾ ਕਲਿਆਣ ਦਾਸ ਸੋਚਦੇ ਹੈ ਕਿ ਇਹ ਜਿਹੜਾ ਹੁਣ ਸੁੱਖ ਮਿਲਿਆ ਮੇਰੇ ਕੋਲ ਖੁੱਸ ਨਾ ਜਾਏ। ਅਤੇ ਸਤਿਗੁਰੂ ਜੀ ਨੇ ਕਿਹਾ ਪਿਤਾ ਜੀ ਫਿਕਰ ਨਾ ਕਰੋ,
ਇੱਥੇ ਤੁਸੀਂ ਆ ਜਾਓਗੇ, ਬਸ ਥੋੜ੍ਹੇ ਦਿਨਾਂ ਦੀ ਗੱਲ ਹੈ। ਫਿਰ ਥੋੜ੍ਹੇ ਕੁ ਦਿਨ, ਇੱਕ ਕੁ ਮਹੀਨਾ ਕਰੀਬ ਆਪਦੇ ਇਸ ਪੰਜ ਭੌਤਿਕ ਤਨ ਵਿੱਚ ਰਹੇ ਨੇ। ਫਿਰ ਤਨ ਤਿਆਗ ਕੇ ਬਾਬਾ ਕਲਿਆਣ ਦਾਸ ਸੱਚਖੰਡ ਧਿਆਨਾ ਕਰ ਗਏ। ਥੋੜ੍ਹੇ ਦਿਨਾਂ ਬਾਅਦ ਮਾਤਾ ਤ੍ਰਿਪਤਾ ਦੇਵੀ ਜੀ ਉਹ ਵੀ ਫਿਰ ਸੱਚਖੰਡ ਨੂੰ ਚਲੇ ਗਏ। ਤਾਂ ਫਿਰ ਸਤਿਗੁਰੂ ਜੀ ਨੇ ਹੱਥੀਂ ਸੰਸਕਾਰ ਕੀਤਾ। ਤਾਂ ਬੇਦੀਆਂ ਦੀ ਕੁਲ ਦੇ ਜਿਹੜੇ ਲੋਕ ਹੈ ਨਾ, ਆ ਕੇ ਸਤਿਗੁਰੂ ਜੀ ਨੂੰ ਸਮਝਾਉਣ ਲੱਗੇ ਕਿ ਇਹ ਨਾਨਕ ਜੀ, ਜਿਵੇਂ ਤੁਹਾਡੇ ਪਿਤਾ ਕਾਲੂ ਪਟਵਾਰੀ ਨੇ ਸਾਰੀ ਜ਼ਿੰਦਗੀ ਆਪਦੇ ਪਿੰਡ ਤਲਵੰਡੀ ਵਿੱਚ ਹੀ ਬਤੀਤ ਕੀਤੀ ਹੈ, ਤੁਸੀਂ ਵੀ ਹੁਣ ਇੱਥੇ ਕੰਮ ਧੰਦਾ ਸ਼ੁਰੂ ਕਰ ਲਓ ਅਤੇ ਇੱਥੇ ਰਿਹਾ ਕਰੋ। ਅਤੇ ਸਤਿਗੁਰੂ ਜੀ ਨੇ ਕਿਹਾ, ਇਹ ਭਲੇ ਮਾਨਸੋ, ਇੱਥੇ ਤਾਂ ਕਿਸੇ ਦਾ ਕੋਈ ਭਰੋਸਾ ਨਹੀਂ ਕਦੋਂ ਚਲੇ ਜਾਣਾ ਹੈ। ਸਤਿਗੁਰੂ ਸਵੇਰੇ ਸਵੇਰੇ ਜਾਂਦੇ ਆ ਘਰੋਂ, ਸਾਰੀ ਦਿਹਾੜੀ ਘਰੋਂ ਬਾਹਰ ਰਹਿਣਾ, ਕਿਤੇ ਨਾ ਕਿਤੇ ਬੈਠ ਜਾਣਾ ਸਮਾਧੀ ਲਗਾ ਕੇ, ਰਾਤ ਪਏ 'ਤੇ ਆਉਣਾ ਹੈ। ਇੱਦਾਂ ਕਈ ਦਿਨ ਬਤੀਤ ਹੋ ਰਹੇ ਨੇ। ਦੂਰੋਂ ਦਰਾਡਿਓਂ ਜਿਹੜੀਆਂ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਦੀ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ, ਉਹ ਆ ਕੇ ਅਤੇ ਮਹਾਰਾਜ ਦੇ ਸੁੰਦਰ ਮੁਖ ਵਾਕ ਤੋਂ ਸੁੰਦਰ ਬਚਨ ਸੁਣ ਕੇ ਖੁਸ਼ ਹੁੰਦੇ ਹੈ। ਉਹਨਾਂ ਮਨੁੱਖਾਂ ਦੇ ਤਾਰਨੇ ਹਿੱਤ ਸਤਿਗੁਰੂ ਜੀ ਨੇ, ਜਿਵੇਂ ਕੱਲ੍ਹ ਆਪਾਂ ਸੁਣ ਰਹੇ ਸਾਂ ਕਿ ਕਹਿ ਰਹੇ ਸਨ ਕਿ ਸਾਧ ਸੰਗਤ ਲਾਜ਼ਮੀ ਕਰਨੀ ਹੈ, ਉਸ ਤੋਂ ਬਾਅਦ ਨਾਮ ਜਪਣਾ ਹੈ। ਹੋਰ ਵੀ ਜਿਵੇਂ ਸਤਿਗੁਰੂ ਜੀ ਉਪਦੇਸ਼ ਸੰਗਤਾਂ ਦੇ ਤਾਂ ਦ੍ਰਿੜ ਕਰਾ ਰਹੇ ਨੇ, ਅਸੀਂ ਬੜੇ ਪ੍ਰੇਮ ਨਾਲ ਉਪਦੇਸ਼ ਸੁਣ ਕੇ ਆਪਣੇ ਸਵਾਸਾਂ ਨੂੰ ਸਫਲਿਆਂ ਕਰੀਏ। ਕਿਉਂਕਿ ਜ਼ਰੂਰੀ ਨਹੀਂ ਹੈ ਗੁਰੂ ਦਾ ਬਚਨ ਕਮਾਇਆ ਜਾਏ ਨਾ ਕਮਾਇਆ ਜਾਏ, ਉਹ ਵੱਖਰੀ ਗੱਲ ਹੈ। ਗੁਰੂ ਦੀ ਬਾਣੀ ਹੀ ਸੁਣ ਲੈਣੀ, ਇਹੋ ਹਿਰਦੇ ਨੂੰ ਠੰਡ ਵਰਤਾ ਦਿੰਦੀ ਹੈ। ਸਿਰਫ ਸੁਣ ਹੀ ਲੈਣਾ ਇਹ ਵੀ ਵੱਡੀ ਗੱਲ ਹੈ। ਕਮਾਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਕੋਈ ਸੁਣ ਹੀ ਲਏ ਪ੍ਰੇਮ ਨਾਲ, ਭਾਵਨਾ ਨਾਲ ਕੋਈ ਸੁਣ ਲਏ। ਸੁਣਿਆ ਸਿੱਧ ਪੀਰ ਸੁਰਨਾਥ, ਉਹ ਸੁਣਨੇ ਕਰਕੇ ਉਹਦੇ ਕੋਲ ਸਿੱਧੀਆਂ ਆ ਜਾਂਦੀਆਂ ਨੇ, ਉਹ ਪੀਰਾਂ ਦੇ ਪੀਰ ਹੋ ਜਾਂਦੇ ਹੈ। ਇਸ ਕਰਕੇ ਬੜੇ ਪ੍ਰੇਮ ਨਾਲ ਅਸੀਂ ਸਤਿਗੁਰੂ ਜੀ ਦੇ ਅੰਮ੍ਰਿਤਮਈ ਬਚਨ ਸੁਣਨੇ ਹੈ। ਇੱਕ ਦਫਾ ਪ੍ਰੇਮ ਨਾਲ ਉਚਾਰਨ ਕਰੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਮਨ ਕੋ ਜੋ ਜੀਤਨ ਕਰਹੀ, ਸਤਿਗੁਰੂ ਜੀ ਨੇ ਕਿਹਾ ਕਿ ਜਿਹੜਾ ਇਹ ਮਨ ਹੈ ਇਹਨੂੰ ਜਿੱਤਣਾ ਹੈ। ਅਤੇ ਜਿੱਤਣਾ ਕਿਵੇਂ ਹੈ, ਇਹ ਵੀ ਹੁਣ ਸਤਿਗੁਰੂ ਸਮਝਾਉਂਦੇ ਹੈ। ਮਨ ਨੂੰ ਸ਼ਬਦ ਦੀ ਕਸਵੱਟੀ 'ਤੇ ਚੜ੍ਹਾ ਕੇ ਰੋਜ਼ ਅਭਿਆਸ ਕਰਨਾ ਹੈ ਗੁਰ ਮੰਤਰ ਦਾ। ਜੋ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮੰਨੈ ਅਸ ਥੰਮਨ। ਜਿਵੇਂ ਮੰਦਰ ਨੂੰ ਟਿਕਾਉਣ ਵਾਸਤੇ ਥੰਮ ਹੀ ਬੜੇ ਹੁੰਦੇ ਹੈ, ਇਹ ਮਨ ਨੂੰ ਟਿਕਾਉਣ ਵਾਸਤੇ ਸ਼ਬਦ ਹੀ ਬਲਵਾਨ ਹੈ। ਸ਼ਬਦ ਦੇ ਆਸਰੇ ਮਨ ਨੂੰ ਟਿਕਾਉਣਾ ਕਰੀਏ। ਰੋਜ਼ ਰੋਜ਼ ਦਾ ਜਪਿਆ ਹੋਇਆ ਨਾਮ, ਰੋਜ਼ ਰੋਜ਼ ਦੀ ਕੀਤੀ ਹੋਈ ਬੰਦਗੀ ਇੱਕ ਦਿਨ ਸਾਨੂੰ ਉਸ ਮੁਰਾਤਬੇ ਤੱਕ ਪਹੁੰਚਾ ਦੇਗੀ, ਉਸ ਮੰਜ਼ਿਲ ਤੱਕ ਪਹੁੰਚਾ ਦੇਗੀ ਜਿਸ ਦੇ ਬਾਰੇ ਕਿਹਾ ਹੈ ਕਿ ਉੱਥੇ ਨਹੀਂ ਕੋਈ ਸੁੱਖ ਹੈ, ਨਹੀਂ ਕੋਈ ਦੁੱਖ ਹੈ, ਸਦਾ ਹੀ ਆਨੰਦ ਹੈ, ਆਨੰਦ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਜਿਸ ਦੇ ਬਾਰੇ ਰਵਿਦਾਸ ਭਗਤ ਜੀ ਨੇ ਕਿਹਾ ਕਿ ਉੱਥੇ ਕੋਈ ਬੇਗਮਪੁਰਾ, ਜਿੱਥੇ ਕੋਈ ਗਮ ਹੀ ਨਹੀਂ ਹੈ, ਕੋਈ ਸੋਗ ਹੀ ਨਹੀਂ ਹੈ, ਇਹ ਸਾਡਾ ਸ਼ਹਿਰ ਹੈ, ਉੱਥੇ ਕੋਈ ਦੁੱਖ ਨਹੀਂ। ਤਾਂ ਕਹਿਣ ਲੱਗੇ, ਮਨ ਕੋ ਜੋ ਜੀਤਨ ਕਰਹੀ, ਮਨ ਨੂੰ ਜਿੱਤਣਾ ਹੈ। ਸੋ ਪਰਮ ਪਦ ਕੇ ਅਨੁਸਾਰ ਹੀ, ਜਿਹਨੇ ਭਾਈ ਮਨ ਨੂੰ ਜਿੱਤ ਲਿਆ ਨਾ, ਉਹ ਪਰਮ ਪਦ ਵੀ ਹਾਸਲ ਕਰ ਲਏਗਾ। ਮਨ ਜੀਤਾ ਜਗ ਜੀਤ, ਮਨ ਜਿੱਤ ਲਿਆ ਜਿਸ ਨੇ, ਉਹਨੂੰ ਦੁਨੀਆ ਨੂੰ ਜਿੱਤਣ ਦੀ ਜ਼ਰੂਰਤ ਨਹੀਂ ਹੈ। ਬੰਦਾ ਦੁਨੀਆ ਵੀ ਜਿੱਤ ਲਏ ਤਾਂ ਕੀ ਹੋਏਗਾ, ਕੁਛ ਨਹੀਂ। ਜੇ ਮਨ ਦੇ ਕੋਲੋਂ ਹਾਰਿਆ ਹੈ ਤੇ ਸਾਰਿਆਂ ਕੋਲੋਂ ਹਾਰਿਆ ਹੈ। ਬੰਦਾ ਖੁਦ ਕੋ ਜਿੱਤ ਗਿਆ ਤੇ ਸਾਰੀ ਦੁਨੀਆ ਕੋ ਜਿੱਤ ਗਿਆ ਹੈ। ਪਰ ਖੁਦ ਨੂੰ ਜਿੱਤਣਾ ਬੜਾ ਮੁਸ਼ਕਿਲ ਹੈ। ਦੁਨੀਆ ਨੂੰ ਜਿੱਤਣਾ ਸੌਖਾ ਹੈ, ਪਰ ਖੁਦ ਨੂੰ ਜਿੱਤਣਾ ਬੜਾ ਮੁਸ਼ਕਿਲ ਹੈ। ਇਸ ਵਾਸਤੇ ਖੁਦ ਨੂੰ ਜਿੱਤਣ ਵਾਸਤੇ ਸਿਰਫ ਇਹ ਪਰਮਾਤਮਾ ਦੀ ਬੰਦਗੀ ਤੇਰੇ ਵਾਸਤੇ ਲਾਹੇਵੰਦ ਹੈ। ਉਸ ਤੋਂ ਇਲਾਵਾ ਹੋਰ ਸਾਧਨ ਇਹ ਸਾਰੇ ਨਿਸ਼ਫਲ ਜਾਪਦੇ ਨੇ। ਤਾਂ ਕਰਕੇ ਜਿਹੜੇ ਮਨ ਨੂੰ ਜਿੱਤ ਲਿਆ, ਯਾਨੀ ਕਿ ਉਹਦੇ ਕੋਲ ਇਹ ਮੁਕਤੀਆਂ, ਮੁਕਤ ਵੀ ਬੱਬੜੀ ਗਿਆਨੀ ਤਿਆਗੇ, ਫਿਰ ਉਹਨੂੰ ਮੁਕਤੀ ਦੀ ਵੀ ਜ਼ਰੂਰਤ ਨਹੀਂ ਹੈ। ਜਦੋਂ ਮਨ ਵਸ ਆ ਗਿਆ ਫਿਰ ਮੁਕਤੀ ਦੀ ਲੋੜ ਕੀ ਹੈ, ਕਿਉਂਕਿ ਸਾਰਾ ਸੁੱਖ ਦੁੱਖ ਇਹ ਮਨ ਦੇ ਕਰਕੇ ਹੈ। ਜਦੋਂ ਮਨ ਆਪਦੇ ਕੋਲ ਵਸ ਵਿੱਚ ਆ ਗਿਆ ਹੈ,
ਹਾਲੇ ਤੇ ਸਾਨੂੰ ਮਨ ਜਾ ਰਿਹਾ ਹੈ, ਮਨ ਜਿਵੇਂ ਭਟਕਾਉਂਦਾ ਹੈ। ਮਨ ਨੇ ਕਿਹਾ ਕੁਛ ਖਾ ਲਵਾਂ, ਖਾ ਲਿਆ। ਮਨ ਨੇ ਕਿਹਾ ਕੁਛ ਸੁੰਦਰ ਰੂਪ ਦੇਖਾਂ, ਦੇਖ ਲਿਆ। ਮਨ ਨੇ ਕਿਹਾ ਫਲਾਣਾ ਬਹੁਤ ਸਾਡੇ ਤੋਂ ਅੱਗੇ ਜਾ ਰਿਹਾ ਹੈ, ਉਹਦੀ ਨਿੰਦਿਆ ਕਰ ਦਈਏ, ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਮਨ ਦੇ ਮਗਰ ਲੱਗ ਕੇ ਅਸੀਂ ਬੜਾ ਕੁਛ ਕਰਦੇ ਹਾਂ। ਬਾਂਦਰ ਜਿਹੜਾ ਮਨ ਹੈ ਸਾਨੂੰ ਬਾਂਦਰ ਦੀ ਤਰ੍ਹਾਂ ਨਚਾਉਂਦਾ ਹੈ। ਇੱਥੇ ਕੋਈ ਆਪਾਂ ਭੁੱਲ ਨਹੀਂ ਸਕਦੇ ਹਾਂ। ਪਰ ਜਿੱਦਣ ਮਨ ਸਾਡੇ ਕੋਲ ਵਸ ਆ ਗਿਆ ਤਾਂ ਕਹਿਣ ਲੱਗੇ ਫਿਰ ਉਹ ਮੁਕਤ ਹੋ ਜਾਏਗਾ। ਕਾਰਨ ਅਲਪ ਸੁਖਨ ਕੇ ਸਾਧੂ। ਕਿਉਂ ਮਨ ਦੇ ਪਿੱਛੇ ਅਸੀਂ ਭਟਕਦੇ ਹਾਂ? ਕਹਿਣ ਲੱਗੇ ਸਿਰਫ ਅਲਪ ਸੁੱਖਾਂ ਦੇ ਕਰਕੇ, ਥੋੜ੍ਹਾ ਜਿਹਾ ਸੁੱਖ ਕਰਕੇ ਮਨੁੱਖ ਕਾਮੁਕਤਾ ਵਿੱਚ ਭਰਿਆ ਹੋਇਆ ਹੈ। ਥੋੜ੍ਹੇ ਜਿਹੇ ਸੁੱਖ ਕਰਕੇ ਮਨੁੱਖ ਲੋਭੀ ਹੋਇਆ ਫਿਰਦਾ ਹੈ। ਥੋੜ੍ਹੇ ਜਿਹੇ ਸੁੱਖ ਕਰਕੇ ਮਨੁੱਖ ਮੋਹ ਦੇ ਵਸੀ ਹੋਇਆ ਹੈ। ਜਿਹੜਾ ਸੁੱਖ ਹੈ ਇਹ ਬੜਾ ਥੋੜ੍ਹਾ ਹੈ, ਅਲਪ ਮਾਤਰ। ਪਰ ਫਿਰ ਵੀ ਮਨੁੱਖ ਸਮਝਦਾ ਨਹੀਂ ਹੈ। ਉਹਨੂੰ ਇੰਝ ਲੱਗਦਾ ਹੈ ਜਿਵੇਂ ਬੜਾ ਸੁੱਖ ਆ ਗਿਆ ਹੈ। ਪਰ ਨਹੀਂ ਸਾਧ ਸੰਗਤ ਜੀ, ਇੱਕ ਕਾਮੀ ਮਨੁੱਖ ਕਾਮ ਭੋਗ ਕੇ ਵੀ ਦੁਖੀ ਹੈ, ਕਿਉਂਕਿ ਉਹਦੇ ਅੰਦਰ ਸੁੱਖ ਨਹੀਂ ਆ ਸਕਦਾ ਹੈ। ਇੱਕ ਲੋਭੀ ਮਨੁੱਖ ਕਿਸੇ ਨੂੰ ਠੱਗ ਕੇ ਵੀ ਸ਼ਾਂਤ ਨਹੀਂ ਹੋ ਸਕਦਾ ਹੈ। ਇੱਕ ਮੋਹ ਦੇ ਵਿੱਚ ਫਸਿਆ ਹੋਇਆ ਮਨੁੱਖ, ਉਹ ਮੋਹ ਦੇ ਵਿੱਚ ਭਾਵੇਂ ਜਿੰਨਾ ਮਰਜ਼ੀ ਕਰੀ ਜਾਏ ਸਾਰਾ ਕੁਛ ਉਹਦਾ ਵਿਰਥਾ ਹੀ ਹੈ, ਕਿਉਂਕਿ ਮੋਹ ਉਹਦੇ ਵਿੱਚ ਹੈ। ਜਿਹਦੇ ਪਰਥਾਏ ਕਰਦਾ ਹੈ ਉਹਨੂੰ ਉਹਦੀ ਸਾਰ ਨਹੀਂ ਹੈ। ਇਹ ਤਾਂ ਪੱਕਾ ਸਮਝ ਲੈਣਾ, ਪ੍ਰੇਮ ਹਮੇਸ਼ਾ ਇੱਕ ਦਫਾ ਹੀ ਹੁੰਦਾ ਹੈ, ਇੱਕ ਤਰਫਾ ਹੋਏਗਾ। ਦੋ ਤਰਫਾ ਪ੍ਰੇਮ ਨਹੀਂ ਹੋਏਗਾ, ਇੱਕੋ ਤਰਫਾ ਹੋ ਸਕਦਾ ਹੈ। ਜੇ ਮਾਂ ਬੱਚੇ ਦੇ ਪਰਥਾਏ ਦਿਨ ਰਾਤ ਖਪਦੀ ਹੈ ਪਰ ਬੱਚਾ ਤੇ ਨਹੀਂ ਉਹਦੀ ਸਾਰ ਲੈ ਰਿਹਾ, ਇਹ ਤਾਂ ਤੁਸੀਂ ਸਮਝਦੇ ਹੋ। ਜੇ ਪਿਤਾ ਰੋਜ਼ ਬੱਚੇ ਦੇ ਪਰਥਾਏ ਬੜੀਆਂ ਕਮਾਈਆਂ ਕਰਕੇ ਲਿਆ ਰਿਹਾ ਹੈ, ਪਰ ਲਾਜ਼ਮੀ ਤੇ ਨਹੀਂ ਹੈ ਕਿ ਬੱਚਾ ਵੀ ਆਖੇਗਾ ਮੇਰਾ ਪਿਤਾ ਮੇਰੇ ਵਾਸਤੇ ਨਾ ਕੁਛ ਕਰਦਾ ਹੈ, ਮੈਂ ਵੀ ਕੁਛ ਕਰਾਂ। ਆਖ ਹੀ ਦਿੰਦੇ ਆ ਨਾ ਪੁੱਤਰ ਵੀ ਤੂੰ ਕੀਤਾ ਕੀ ਹੈ ਮੇਰੇ ਵਾਸਤੇ। ਕਿੰਨੇ ਇਹੋ ਜਿਹੇ ਬੱਚੇ ਉਂਗਲਾਂ 'ਤੇ ਕਿ ਕਹਿਣ ਗਿਣਤੀਆਂ ਇੰਨੀਆਂ ਨੇ, ਗਿਣੇ ਨਹੀਂ ਜਾਂਦੇ ਇੰਨੇ ਬੰਦੇ ਅੱਜ ਕੱਲ੍ਹ। ਇੰਨੇ ਨੌਜਵਾਨ ਅੱਜ ਕੱਲ੍ਹ ਮਾਂ ਬਾਪ ਨੂੰ ਕਹਿ ਹੀ ਦਿੰਦੇ ਆ ਨਾ ਵੀ ਤੁਸੀਂ ਸਾਡੇ ਵਾਸਤੇ ਕੀਤਾ ਕੀ ਹੈ। ਹਾਲਾਂਕਿ ਸਾਰਾ ਉਹਨਾਂ ਨੇ ਉਹਨੂੰ ਪਾਲਿਆ ਪੋਸ਼ਿਆ ਹੈ, ਬਚਪਨ ਤੋਂ ਲੈ ਕੇ ਉਹਨੂੰ ਸਾਰਾ ਸਾਂਭਿਆ। ਪਰ ਕਿਉਂ ਕਹਿ ਦੇਣਾ? ਕਿਉਂਕਿ ਪ੍ਰੇਮ ਇੱਕ ਤਰਫਾ ਹੈ। ਮਾਂ ਬਾਪ ਤੇ ਪ੍ਰੇਮ ਕਰਦੇ ਪਏ ਪਰ ਬੱਚੇ ਨੂੰ ਸਾਰ ਨਹੀਂ ਹੈ। ਤਾਂ ਕਰਕੇ ਮੋਹ ਕਰਾਂਗੇ ਜਿਸ ਨਾਲ ਅਸੀਂ, ਉਹ ਮੋਹ ਦੀ ਅਗਲੇ ਨੂੰ ਥੋੜ੍ਹੀ ਸਾਰ ਹੈ, ਸਿਰਫ ਅਸੀਂ ਫਸੇ ਹਾਂ। ਔਰ ਮੋਹ ਵੀ ਸਾਡੇ ਸੁੱਖ ਕਰਕੇ ਹੈ। ਕੋਈ ਕਿਸੇ ਨੂੰ ਪ੍ਰੇਮ ਨਹੀਂ ਕਰ ਸਕਦਾ, ਵੀ ਸਮਝ ਲੈਣਾ। ਮਨੁੱਖ ਜਿੰਨੇ ਦੁਨੀਆ ਵਿੱਚ ਹੈ ਨਾ, ਕਿਉਂਕਿ ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਉ ਸਭ ਹੀ ਲਾਗੇ, ਆਪਣੇ ਹੀ ਸੁਖ ਸਿਉ ਸਭ ਲਾਗੇ, ਕੋ ਕਾਹੂ ਕੋ ਨਾਹੀ। ਐ ਮੇਰੇ ਮਿੱਤਰ, ਐ ਸਮਝ ਲੈ ਕੋਈ ਕਿਸੇ ਦਾ ਨਹੀਂ ਹੈ। ਆਪਣੇ ਸੁੱਖ ਵਾਸਤੇ ਮਨੁੱਖ ਰੋਂਦਾ ਪਿਆ ਹੈ, ਆਪਣੇ ਸੁੱਖਾਂ ਨੂੰ ਰੋ ਰਿਹਾ ਹੈ। ਕਿਸੇ ਦੇ ਪਰਥਾਏ ਕੌਣ ਰੋਂਦਾ ਹੈ? ਕਿਸੇ ਨੂੰ ਕੌਣ ਉਡੀਕਦਾ ਹੈ? ਸਾਰੇ ਆਪੋ ਆਪਣੇ। ਥੋੜ੍ਹੇ ਦਿਨ ਪਹਿਲੇ ਕਿਸੇ ਬੱਚਾ ਚੜ੍ਹਾਈ ਕਰ ਗਿਆ ਕੋਈ, ਅਤੇ ਮਾਂ ਬਾਪ ਰੋ ਰਹੇ ਨੇ, ਪਰ ਇਹ ਨਹੀਂ ਕਹਿ ਰਹੇ ਕਿ ਸਾਨੂੰ ਉਹਦੀ ਤੋਟ ਆ ਰਹੀ ਹੈ। ਹੈਰਾਨੀ ਕਹਿ ਰਹੇ ਨੇ ਉਹ ਹੁੰਦਾ ਸੀ ਸਾਨੂੰ ਕੋਈ ਫਿਕਰ ਨਹੀਂ ਸੀ, ਕੰਮ ਕਾਰ ਕਰ ਲੈਂਦਾ ਸੀ ਸਾਰਾ, ਹੁਣ ਸਾਨੂੰ ਸਾਰਾ ਕੁਛ ਕਰਨਾ ਪਏਗਾ। ਕੀ ਕਹਾਂਗੇ ਉੱਥੇ ਆਪਾਂ? ਕੀ ਉਹਦੇ ਕੰਮ ਕਰਕੇ ਤੁਸੀਂ ਉਹਨੂੰ ਯਾਦ ਕਰਦੇ? ਉਹਦਾ ਕੋਈ ਮੁੱਲ ਨਹੀਂ। ਵਾਸਤਵਿਕ ਹੈ ਵੀ ਸੱਚਾਈ ਹੈ, ਮਨੁੱਖ ਦੀ ਕੋਈ ਅਹਿਮੀਅਤ ਨਹੀਂ ਹੈ। ਕਿਸੇ ਕੋਲ ਧਨ ਹੈ, ਉਹਦੇ ਦੁਆਰ ਭਰੇ ਹੋਏ ਨੇ, ਲੋਕ ਉਹਦੇ ਦਰ 'ਤੇ ਖੜੇ ਹੋਏ ਨੇ। ਉਹ ਮਨੁੱਖ ਅੱਜ ਕੰਗਾਲ ਹੋ ਗਿਆ, ਕੋਈ ਨਹੀਂ ਪੁੱਛਦਾ ਉਹਨੂੰ। ਕਹਿਣ ਲੱਗੇ ਛੱਡੋ ਖੜਾ, ਹੁਣ ਇਹਦੇ ਕੋਲ ਕੀ ਹੈ, ਇਹਦੇ ਪੱਲੇ ਕੀ ਹੈ ਹੁਣ। ਤਾਂ ਇਸ ਕਰਕੇ ਥੋੜ੍ਹੇ ਸੁੱਖ ਕਰਕੇ ਮਨੁੱਖ ਨੇ ਸਾਰੀ ਜ਼ਿੰਦਗੀ ਨੂੰ ਦਾਅ 'ਤੇ ਲਾਇਆ ਹੋਇਆ ਹੈ। ਪਰ ਜਿਹੜਾ ਸदैਵੀ ਸੁੱਖ ਹੈ, ਅਮਰ ਸੁੱਖ ਹੈ, ਉਹਦੇ ਵਾਸਤੇ ਤਾਂ ਕੋਈ ਕੋਸ਼ਿਸ਼ ਨਹੀਂ ਕਰਦਾ ਹੈ। ਉਹਨੂੰ ਸਮਝਦਾ ਹੀ ਨਹੀਂ ਹੈ ਇਹ ਸਰੀਰ ਸਾਨੂੰ ਮਿਲਿਆ ਹੈ, ਮੁਫਤ ਵਿੱਚ ਮਿਲਿਆ, ਕੋਈ ਕੀਮਤ ਨਹੀਂ ਅਸੀਂ ਅਦਾ ਕੀਤੀ ਹੈ ਇਹਦੇ ਵਾਸਤੇ। ਨਹੀਂ ਕੋਈ ਸਵਾਸਾਂ ਦੀ ਕੀਮਤ ਤਾਰਦੇ ਪਏ ਹਾਂ, ਨਹੀਂ ਕੋਈ ਅਸੀਂ ਰੋਸ਼ਨੀ ਵਾਸਤੇ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ। ਫਿਰ ਵੀ ਕਹਿ ਦਿੰਦੇ ਹਾਂ ਪਰਮਾਤਮਾ ਨੇ ਕੀਤਾ ਕੀ ਹੈ ਸਾਡੇ ਵਾਸਤੇ। ਉਹ ਜ਼ੁਬਾਨ ਸੜ ਜਾਣੀ ਚਾਹੀਦੀ ਹੈ ਜਿਹੜਾ ਮਨੁੱਖ ਕਹਿੰਦਾ ਹੈ ਕਿ ਪਰਮਾਤਮਾ ਨੇ ਕੀਤਾ ਕੀ ਹੈ। ਦੇਖੋ ਸਾਧ ਸੰਗਤ ਜੀ, ਜੇਕਰ ਦੇਖੀਏ ਅਸੀਂ ਕੀ ਨਹੀਂ ਕੀਤਾ ਇਹ ਸਾਡੇ ਵਾਸਤੇ, ਪਰ ਫਿਰ ਵੀ ਅਸੀਂ ਦੁਸ਼ਟ ਹੋ ਗਏ ਹਾਂ, ਅਸੀਂ ਅਕ੍ਰਿਤ ਕਣ ਹੋ ਗਏ ਹਾਂ। ਧਰਤੀ ਨੇ ਪੁਕਾਰ ਕੀਤੀ ਹੈ ਪਰਮਾਤਮਾ ਅੱਗੇ, ਮੈਨੂੰ ਕਿਸੇ ਦਾ ਭਾਰ ਨਹੀਂ ਹੈ। ਮੇਰੇ 'ਤੇ ਪਹਾੜ ਨੇ, ਵੱਡੇ ਵੱਡੇ ਰੁੱਖ ਹੈ, ਸਮੁੰਦਰ ਸਾਗਰ ਚੱਲਦੇ ਪਏ ਨੇ, ਮੈਨੂੰ ਉਹਨਾਂ ਦਾ ਭਾਰ ਨਹੀਂ ਸਤਾਉਂਦਾ ਹੈ। ਕਿਹਦਾ ਸਤਾਉਂਦਾ ਹੈ? ਫਿਰ ਅਕ੍ਰਿਤ ਕਣ। ਜਿਹੜੇ ਅਕ੍ਰਿਤ ਕਣ ਹੈ, ਮੰਦੀ ਹੂੰ ਮੰਦੇ,
ਕਹਿਣ ਲੱਗੀ ਧਰਤੀ ਨੇ ਪਰਮਾਤਮਾ ਨੂੰ ਕਿਹਾ ਸੀ ਕਿ ਜੇਕਰ ਮੈਨੂੰ ਕਿਸੇ ਦਾ ਭਾਰ ਹੈ ਤੇ ਅਕ੍ਰਿਤ ਘਣਾਂ ਦਾ। ਅਕ੍ਰਿਤ ਘਣ ਕੌਣ ਹੈ? ਜਿਹੜਾ ਕੀਤੇ ਹੋਏ ਨੂੰ ਭੁੱਲ ਜਾਂਦਾ ਹੈ। ਕਿਸੇ ਨੇ ਭਲਾ ਕੀਤਾ ਤੇ ਕਹਿ ਦਿੰਦਾ ਮੇਰੇ ਵਾਸਤੇ ਕੀਤਾ ਕੀ ਹੈ ਤੂੰ, ਉਹ ਅਕ੍ਰਿਤ ਘਣ ਹੈ। ਅਸੀਂ ਪਰਮਾਤਮਾ ਦੇ ਵੱਡੇ ਅਕ੍ਰਿਤ ਘਣ ਹਾਂ, ਨਹੀਂ ਯਾਦ ਕਰਦੇ ਹਾਂ। ਇਹ ਥੋੜ੍ਹੇ ਸੁੱਖ ਕਰਕੇ ਉਸ ਨੂੰ ਭੁੱਲ ਗਏ। ਯਾਤ ਜਨਮ ਕੋ ਆਪਨ ਬਾਦੂ, ਜਾਣ ਬੁੱਝ ਕੇ ਇਹ ਜਿਹੜਾ ਜਨਮ ਹੈ ਅਸੀਂ ਬਾਦ ਬਿਰਥਾ ਹੀ ਲੰਘਾ ਰਹੇ ਹਾਂ, ਕਿਸੇ ਲੇਖੇ ਨਹੀਂ। ਨਾ ਅਸੀਂ ਕਿਸੇ ਕੰਮ ਕੁਸ਼ਲ ਵਿੱਚ ਕੰਮ ਕਾਜ ਵਿੱਚ ਕੋਈ ਕੁਸ਼ਲ ਹਾਂ। ਇਹ ਵੀ ਨਹੀਂ ਕਿ ਅਸੀਂ ਬਹੁਤ ਜਿਹੜੇ ਆ ਪੁਲਾਰ ਬੰਨ੍ਹ ਦਿੱਤੇ ਆ, ਬਹੁਤ ਅਸੀਂ ਧਨ ਦੀਆਂ ਢੇਰੀਆਂ ਲਗਾ ਦਿੱਤੀਆਂ ਨੇ, ਇਹ ਵੀ ਨਹੀਂ ਕੋਈ ਗੱਲ ਹੈ। ਤੁਸੀਂ ਦੇਖਿਆ ਹੈ ਮਨੁੱਖ ਕੋਸ਼ਿਸ਼ਾਂ ਬੜੀਆਂ ਕਰਦਾ ਹੈ, ਪਰ ਲੱਖਾਂ ਕਰੋੜਾਂ ਵਿੱਚੋਂ ਇੱਕ ਅੱਧਾ ਅਮੀਰ ਹੈ, ਸਾਰੇ ਤੇ ਨਹੀਂ ਹੈ। ਬਾਕੀ ਤੇ ਆਪਣਾ ਡੰਗ ਹੀ ਸਾਰਦੇ ਪਏ ਨੇ। ਪਰ ਫਿਰ ਵੀ ਆਸਾ ਇੰਨੀ ਹੈ, ਇੰਨਾ ਉਲਝਣ ਵਿੱਚ ਫਸਿਆ ਹੈ, ਫਿਰ ਵੀ ਇੱਧਰ ਨਹੀਂ ਚਿੱਤ ਲਾ ਰਿਹਾ ਹੈ। ਇਹ ਨਹੀਂ ਹੈ ਕਿ ਉੱਧਰ ਬਹੁਤ ਇਹਨੇ ਜਾ ਕੇ ਮੱਲਾਂ ਮਾਰ ਲਈਆਂ ਨੇ, ਵੀ ਬਹੁਤ ਜ਼ਿਆਦਾ ਅਹੁਦੇ ਲੈ ਲਏ ਨੇ, ਫਿਰ ਵੀ ਕੁਛ ਕੀਤਾ ਵੀ ਨਹੀਂ। ਨਾ ਉੱਧਰ ਨਾ ਇੱਧਰ, ਨਾ ਦੁਨੀਆ ਵਿੱਚ ਕੁਛ ਕੀਤਾ ਤੇ ਨਾ ਪਰਮਾਤਮਾ ਦੇ ਪਰਥਾਏ ਉਹਦਾ ਸ਼ੁਕਰ ਕੀਤਾ ਹੈ। ਤੂੰ ਇੱਕ ਬੰਨੇ ਤੇ ਹੋ ਜਾ। ਤੂੰ ਜੇ ਬੁਰਾ ਹੀ ਬਣਨਾ ਤੇ ਫਿਰ ਪੂਰਾ ਬੁਰਾ ਬਣ ਜਾ, ਜੇ ਚੰਗਾ ਬਣਨਾ ਹੈ ਤੇ ਫਿਰ ਪੂਰਾ ਚੰਗਾ ਬਣ। ਵਿੱਚ ਵਿਚਾਲੇ ਕਿਉਂ ਫਸਿਆ ਹੋਇਆ ਹੈ? ਜਿਵੇਂ ਅਨਾਥ ਕਵੀ ਜੀ ਨੇ ਕਿਹਾ ਹੈ, ਕਹਿਣ ਲੱਗੇ ਪਰਮਾਤਮਾ ਜੇ ਮੈਨੂੰ ਸੁਖੀ ਕਰਨਾ ਹੈ ਤੇ ਮੈਨੂੰ ਇੰਨਾ ਸੁਖੀ ਕਰਕੇ ਮੈਂ ਪਲੰਘਿਆਂ ਵਿੱਚ ਰਹਾਂ, ਹਮੇਸ਼ਾ ਸੋਇਨੇ ਦੇ ਮੇਰੇ ਘਰ ਹੋਣ, ਮੈਨੂੰ ਸਦਾ ਹੀ ਸੁੱਖ ਹੋਏ, ਚਾਰ 'ਚ ਫਿਰ ਮੇਰੇ ਨੌਕਰ ਫਿਰਨ। ਜੇ ਸੁਖੀ ਕਰਨਾ ਤੇ ਇੰਨਾ ਸੁਖੀ ਕਰ, ਤੇ ਜੇ ਨਹੀਂ ਸੁੱਖ ਦੇਣਾ ਫਿਰ ਮੈਨੂੰ ਸਵਾਹ ਦੇ ਦੇ, ਮੈਂ ਪਿੰਡੇ ਤੇ ਮਾਲਿਆ ਕਰਾਂਗਾ, ਸਾਧ ਬਣ ਕੇ ਫਿਰਿਆ ਕਰਾਂਗਾ। ਇੰਨਾ ਜ਼ਿਆਦਾ ਬੰਦਾ ਆਪਦੇ ਆਪ ਨੂੰ ਸੰਭਲ ਜੇ, ਜਾਂ ਤੇ ਪੂਰਾ ਸੁਖੀ ਹੋਣ ਦਾ ਯਤਨ ਕਰ, ਪੂਰੀ ਕੋਸ਼ਿਸ਼ ਕਰਦੇ, ਤੇ ਜਾਂ ਫਿਰ ਪਰਮਾਤਮਾ ਦਾ ਸ਼ੁਕਰ ਕਰਨਾ ਸ਼ੁਰੂ ਕਰ ਦੇ। ਕੁਝ ਵੀ ਨਾ ਆਪਣਾ ਸਮਝ, ਪਰ ਕੀ ਕਰ ਰਿਹਾ ਹੈ? ਕੁਛ ਵੀ ਨਹੀਂ। ਨਾ ਇੱਧਰ ਦਾ ਕੁਛ ਸਵਾਰਦਾ, ਨਾ ਉੱਧਰ ਦਾ। ਇਹ ਫਿੱਟ ਐਲਾਨ ਤਾਂ ਹੀ ਖਾਂਦੇ ਆ ਆਪਣੇ ਲੋਕਾਂ ਕੋਲੋਂ। ਕੀ ਖਾ ਲੈਂਦੇ ਅਸੀਂ ਸੰਸਾਰ ਵਿੱਚੋਂ? ਕੁਛ ਨਹੀਂ। ਇਹ ਬਿਨਾਂ ਹੀ ਕਾਰਨ ਤੋਂ ਅਸੀਂ ਅਜਾਈਂ ਹੀ ਇਹ ਸਮਾਂ ਗੁਜ਼ਾਰਦੇ ਹਾਂ। ਜਿਉ ਕਿਉ ਬਨਕ ਕਾਰਨ ਵਿਵਹਾਰੇ, ਜਿਵੇਂ ਕੋਈ ਸਾਧ ਸੰਗਤ ਜੀ ਬਾਣੀਆਂ ਹੋਏ, ਕੋਈ ਵਪਾਰੀ ਹੋਏ, ਵਪਾਰ ਕਰਨ ਵਾਸਤੇ ਲੈ ਪੂੰਜੀ ਪਰਦੇਸ਼ ਸਿਧਾਰੇ। ਉਹ ਧਨ ਦੌਲਤ ਲੈ ਕੇ ਸੰਸਾਰ ਇਸ ਦੇਸ਼ ਵਿੱਚੋਂ ਬਗਾਨੇ ਦੇਸ਼ ਵਿੱਚ ਜਾਏ। ਉਹ ਕੁਝ ਸਾਜੋ ਸਮਾਨ ਲੈ ਕੇ ਗਿਆ ਹੋਏ ਵੇਚਣ ਵਾਸਤੇ, ਕੋਈ ਵਪਾਰੀ ਆਪ ਦਾ ਧਨ ਦੌਲਤ ਲੈ ਕੇ ਗਿਆ ਹੋਏ ਵਪਾਰ ਕਰਨ ਵਾਸਤੇ, ਕੁਝ ਵਸਤਾਂ ਲੈ ਕੇ ਜਾਵੇ, ਜਿਵੇਂ ਤਿਉ ਮਾਨੁਖ ਤਨ ਲੈ ਸਭ ਆਏ। ਇਸੇ ਤਰ੍ਹਾਂ ਅਸੀਂ ਇਹ ਸਰੀਰ ਰੂਪੀ ਇਹ ਖਜ਼ਾਨਾ ਲੈ ਕੇ ਆਏ ਹਾਂ। ਇਹ ਖਜ਼ਾਨੇ ਦਾ ਹੁਣ ਅਸੀਂ ਕੀ ਮੁੱਲ ਤਾਰਨਾ ਹੈ? ਇਹ ਰੋਜ਼ ਪਰਮਾਤਮਾ ਦੇ ਨਾਮ ਨੂੰ ਜਪਣਾ, ਇਹ ਸਰੀਰ ਦਾ ਲਾਹਾ ਹੈ, ਇਹਦਾ ਇਹੋ ਮੁੱਲ ਹੈ, ਹੋਰ ਇਹਦਾ ਮੁੱਲ ਨਹੀਂ ਕੋਈ ਉਤਾਰ ਸਕਦਾ। ਕੋਈ ਬੰਦਿਆਂ ਦੀਆਂ ਕੀਮਤਾਂ ਪੈ ਜਾਂਦੀਆਂ ਨੇ। ਆਹ ਤਾਂ ਹੁਣ ਹੀ ਥੋੜ੍ਹੀ ਜਿਹੀ ਕਸਰ ਹਟੀ ਹੈ। ਆਹ ਪਿਛਲੇ 200-300 ਸਾਲ ਪਹਿਲੇ ਤਾਂ ਇੱਦਾਂ ਹੁੰਦਾ ਸੀ, ਮਨੁੱਖ ਦੀ ਕੋਈ ਕਦਰ ਨਹੀਂ। ਹੁਣ ਵੀ ਵੈਸੇ ਨਹੀਂ ਹੈ, ਇਹਦੀ ਕੋਈ ਗੱਲ ਹੈ ਨਹੀਂ, ਪਰ ਪਹਿਲਾਂ ਤਾਂ ਇਸ ਤਰ੍ਹਾਂ ਹੀ ਵੀ ਟਕੇ ਟਕੇ ਤੇ ਬੰਦਾ ਵਿਕਦਾ, ਟਕੇ ਟਕੇ ਤੇ ਇਸਤਰੀਆਂ ਵਿਕਦੀਆਂ। ਆਹ ਮੁਗਲ ਤਾਂ ਉੱਦਾਂ ਹੀ ਚੱਕ ਕੇ ਲੈ ਜਾਂਦੇ ਸੀ, ਇੰਨੀ ਬੁਰੀ ਹਾਲਤ। ਤਾਂ ਕਹਿਣ ਲੱਗੇ ਕਿ ਬੰਦੇ ਦੀ ਕੀਮਤ ਨਹੀਂ ਕੋਈ ਪਾ ਸਕਦਾ। ਇਹ ਤਾਂ ਤੁਸੀਂ ਸਮਝ ਸਕਦੇ ਹੋ। ਇਹ ਜੇਕਰ ਕੋਈ ਉਹਨੂੰ ਤੋਲ ਦਏ ਤਾਂ ਇੱਦਾਂ ਕੋਈ ਕੀਮਤ ਨਹੀਂ ਪੈਂਦੀ ਹੈ। ਬੰਦੇ ਦਾ ਸਰੀਰ ਬੜਾ ਅਮੋਲਕ ਹੈ, ਪਰ ਸਮਝਣ ਵਾਲਾ ਸਮਝਦਾ ਹੈ, ਨਹੀਂ ਸਮਝਣ ਵਾਲਾ ਤੇ ਆਤਮ ਹੱਤਿਆ ਕਰ ਲੈਂਦਾ ਹੈ। ਉਹ ਸੋਚਦਾ ਮੇਰਾ ਜੀਵਨ ਬਿਰਥਾ ਹੈ, ਪਰ ਨਹੀਂ ਸਾਧ ਸੰਗਤ ਜੀ, ਇਹ ਅਮੋਲਕ ਜੀਵਨ ਹੈ। ਜਿਸ ਨੇ ਸਮਝਿਆ ਹੈ ਉਹਦੇ ਵਾਸਤੇ ਤਾਂ ਇਹ ਹੀਰੇ ਵਰਗਾ ਹੈ ਜਨਮ, ਉਹਦੇ ਵਾਸਤੇ ਤਾਂ ਹੀਰੇ ਵਰਗਾ, ਹੀਰੇ ਜੈਸਾ ਜਨਮ ਹੈ। ਕੌਡੀ ਬਦਲੇ ਜਾਏ, ਇਹ ਹੀਰੇ ਵਰਗਾ ਜਨਮ ਕੌਡੀਆਂ ਬਦਲੇ ਜਾ ਰਿਹਾ ਹੈ। ਕੀ ਕੀਮਤ ਪਾ ਰਹੇ ਅਸੀਂ ਇਹਦੀ? ਕੋਈ ਨਹੀਂ ਕੀਮਤ ਪਾ ਰਹੇ ਹਾਂ। ਇਹ ਹੀਰੇ ਵਰਗਾ ਜਨਮ ਹੈ। ਜਿਵੇਂ ਇੱਕ ਬਾਣੀਆਂ ਵਪਾਰ ਕਰਨ ਵਾਸਤੇ ਵਿਦੇਸ਼ ਵਿੱਚ ਜਾਂਦਾ ਹੈ, ਅਸੀਂ ਵੀ ਪਰਮਾਤਮਾ ਕੋਲ ਮੋਹਲਤ ਲੈ ਕੇ ਆਏ ਹਾਂ। ਇੰਨੇ ਸਵਾਦ ਸਾਨੂੰ ਮਿਲੇ ਹੈ, ਗਿਣਤੀ ਮਿਣਤੀ ਦੇ ਸਵਾਦ ਮਿਲੇ ਹੈ। ਇਹ ਨਾ ਕੋਈ ਸੋਚੇ ਕਿ ਮੈਂ ਵੱਧ ਲੈ ਲਵਾਂਗਾ। ਜਿੰਨੇ ਸਵਾਸ ਹੈ ਉਹਨੇ ਅਸੀਂ ਭੋਗ ਸਕਾਂਗੇ। ਹਾਂ, ਸਾਡੀ ਮਰਜ਼ੀ ਹੈ ਅਸੀਂ ਉਹ ਸਵਾਸਾਂ ਨੂੰ ਕੁਝ ਸਮਾਂ ਰੋਕ ਲਈਏ। ਹਾਂ, ਕੁਝ ਸਮਾਂ ਪ੍ਰਾਣਾਯਾਮ ਕਰਕੇ, ਜਿਵੇਂ ਪੁਰਾਣੇ ਯੋਗੀ ਕਰਦੇ ਸਨ ਕਿ ਸਵਾਸ ਰੋਕ ਲੈਣੇ, ਕਈ ਸਾਲ ਸਵਾਸ ਹੀ ਨਾ ਛੱਡਣੇ। ਪਰ ਉਹਨਾਂ ਦੀ ਹਾਲਤ ਤੇ ਪੱਥਰ ਵਰਗੀ ਆ ਨਾ, ਜਿਵੇਂ ਪੱਥਰ 1000 ਸਾਲ ਤੋਂ ਪਿਆ ਹੈ, ਤੇ ਕੀ ਉਹਦਾ ਫਾਇਦਾ ਕੀ ਹੈ? ਉਹਨਾਂ ਦੀ ਹਾਲਤ ਵੀ ਐਸੀ ਹੈ। ਨਹੀਂ ਕੁਛ ਕਰਨਾ, ਸਵਾਸ ਬਚਾ ਕੇ ਰੱਖਣੇ ਤਾਂ ਕੀ ਲਾਹਾ। ਪਰ ਨਹੀਂ ਸਾਧ ਸੰਗਤ ਜੀ, ਦੇਖੋ
ਸਵਾਸਾਂ ਨੂੰ ਅਸੀਂ ਪਰਮਾਤਮਾ ਦੇ ਲੇਖੇ ਲਾਉਣਾ ਹੈ। ਥੋੜ੍ਹਾ ਵੀ ਜਿੰਨਾ ਸਮਾਂ ਮਿਲੇ ਓਨਾ ਹੀ ਸਮਾਂ ਉਹਦੇ ਵਾਸਤੇ ਕੱਢਣਾ ਹੈ। ਉਹਨੂੰ ਕੋਈ ਆਪ ਦੀ ਤਮਾ ਨਹੀਂ ਹੈ ਕਿ ਮੇਰਾ ਕੋਈ ਨਾਮ ਜਪੇ ਤਾਂ ਇਹਦੀ ਮੈਂ ਕਲਿਆਣ ਕਰਾਂਗਾ। ਇਹ ਸਾਡੇ ਵਾਸਤੇ ਇਹ ਰਾਹ ਹੈ ਕਿ ਜਦੋਂ ਹੀ ਅਸੀਂ ਨਾਮ ਜਪਦੇ ਹਾਂ ਤਦੋਂ ਹੀ ਸਾਡੇ ਅੰਦਰ ਇੱਕ ਠੰਡ ਵਰਤਣੀ ਸ਼ੁਰੂ ਹੋ ਜਾਂਦੀ ਹੈ। ਸੁਣਿਆ ਕੋਈ ਆਦਮੀ ਪਰਲੋਕ ਗਮਨ ਕਰ ਗਿਆ ਅਤੇ ਲੇਖਾ ਜੋਖਾ ਹੋ ਰਿਹਾ ਹੈ, ਲੇਖੇ ਜੋਖੇ ਵਿੱਚ ਉਹਦਾ ਕੋਈ ਵੀ ਚੰਗਾ ਗੁਣ ਨਹੀਂ ਆ ਰਿਹਾ ਹੈ, ਸਾਰੇ ਅਵਗੁਣ ਹੀ ਆ ਰਹੇ ਹੈ। ਫਿਰ ਇੱਕ ਇਲਹਾਮ ਹੋਇਆ, ਪਰਮਾਤਮਾ ਦੀ ਆਵਾਜ਼ ਆਈ ਕਿ ਇਹਨੂੰ ਜਾਣ ਦਿਓ। ਸਾਰਿਆਂ ਨੇ ਕਿਹਾ ਇਹਨੇ ਤਾਂ ਕੋਈ ਚੰਗਾ ਕੰਮ ਨਹੀਂ ਕੀਤਾ ਹੈ, ਇਹਨੇ ਤਾਂ ਸਾਰੀ ਉਮਰ ਬੁਰੇ ਕੰਮ ਕੀਤੇ ਹੈ। ਔਰ ਇਲਹਾਮ ਆਵਾਜ਼ ਕੀ ਆਈ ਹੈ? ਆਵਾਜ਼ ਆਈ ਵੀ ਇੱਕ ਦਿਨ ਇਹ ਰਾਤ ਨੂੰ ਸੁੱਤਾ ਪਿਆ ਸੀ, ਇਹਨੇ ਜਦੋਂ ਕਰਵਟ ਬਦਲੀ ਹੈ ਨਾ, ਇਹਦੇ ਮੂੰਹ ਨਿਕਲਿਆ ਸੀ ਵਾਹਿਗੁਰੂ, ਇਹਦੇ ਮੂੰਹ ਨਿਕਲ ਗਿਆ ਸੀ ਇੱਕ ਵਾਰੀ ਰਾਮ, ਇੱਕ ਵਾਰੀ ਇਹਨੇ ਨਾਮ ਜਪਿਆ ਸੀ, ਉਦੋਂ ਤਾਂ ਮੈਂ ਇਹਦੇ 'ਤੇ ਖੁਸ਼ ਹਾਂ। ਇਹ ਪਰਮਾਤਮਾ ਆਪ ਦੀ ਕੋਈ ਉਹਦੇ ਵਾਸਤੇ ਤਮਾ ਨਹੀਂ ਕਿ ਮੇਰਾ ਕੋਈ ਨਾਮ ਜਪੇ, ਪਰ ਸਾਡੇ ਵਾਸਤੇ ਰਾਹ ਹੈ। ਉਹ ਤਾਂ ਇੱਕ ਥੋੜ੍ਹਾ ਜਿਹਾ ਵੀ ਉਹਦਾ ਸਿਮਰਨ ਕਰੇ ਉਹਦੀ ਵੀ ਕਲਿਆਣ ਕਰਨ ਵਾਸਤੇ ਤਿਆਰ ਹੈ। ਪਰ ਅਸੀਂ ਦੀਵਾਰ ਬੰਦ ਕੀਤੇ ਹੋਏ ਹੈ, ਕਹਿੰਦੇ ਆ ਪਰਮਾਤਮਾ ਤੂੰ ਸਾਡੇ ਕੋਲ ਨਾ ਆ, ਹਾਂ ਤੂੰ ਆਪਣੀਆਂ ਵਸਤਾਂ ਸਾਨੂੰ ਦੇਈ ਜਾ, ਸੁੱਖ ਸਾਨੂੰ ਦੇ ਦੇ, ਪਰ ਤੂੰ ਨਾ ਆ। ਪਰ ਕਿੰਨੀ ਹੋਸ਼ੀ ਮੱਤ ਹੈ ਸਾਡੀ, ਜਿਹਦੇ ਕੋਲੋਂ ਸੁੱਖ ਲੈ ਰਹੇ ਹਾਂ, ਜੇ ਉਹੋ ਹੀ ਆ ਗਿਆ ਤਾਂ ਫਿਰ ਸੁੱਖ ਭਲਾ ਪਿੱਛੇ ਰਹਿ ਜਾਣਗੇ, ਸੁੱਖ ਵੀ ਤਾਂ ਨਾਲ ਹੀ ਆਉਣਗੇ ਉਹਦੇ। ਪਰ ਨਹੀਂ, ਇਹ ਮੂੜਤਾ ਹੈ ਸਾਡੀ, ਹੋਸ਼ੀ ਮੱਤ ਹੈ। ਕਹਿਣ ਲੱਗੇ ਦੇਖੋ ਜਿਵੇਂ ਬਾਣੀਆਂ ਇਹ ਸੰਸਾਰ ਵਿੱਚ ਜਿਵੇਂ ਮਨੁੱਖ ਆਇਆ ਹੈ ਨਾ, ਵਪਾਰੀ ਦੀ ਤਰ੍ਹਾਂ ਆਇਆ ਹੋਇਆ, ਨਾਮ ਵਿਹਾਜਨ ਜੋ ਸੁਖਦਾਏ। ਇਹ ਨਾਮ ਨੂੰ ਵਿਹਾਜ, ਨਾਮ ਦੀ ਕਮਾਈ ਕਰ, ਇਹ ਤਨ ਲੋਕ ਵਿਸ਼ਯਨ ਭੋਗਾ। ਪਰ ਇਹ ਮਨੁੱਖ ਨੇ ਇਹ ਤਨ ਲੈ ਕੇ ਵਿਸ਼ਿਆਂ ਦੇ ਵਿੱਚ ਹੀ ਭੋਗਿਆ, ਸਾਰਾ ਤਨ, ਸਾਰੇ ਸਰੀਰ ਨੂੰ ਵਿਸ਼ਿਆਂ ਵਿੱਚ ਲਗਾ ਦਿੱਤਾ ਹੈ। ਜਵਾਨ ਆਦਮੀ ਦੀ ਕੀ ਦਸ਼ਾ ਹੈ ਤੁਸੀਂ ਸਮਝਦੇ ਹੋ? ਉਹਦੇ ਵਾਸਤੇ ਤਾਂ ਇਸਤਰੀ ਤੋਂ ਸਿਵਾਏ ਹੋਰ ਕੁਛ ਹੈ ਹੀ ਨਹੀਂ ਉਹਦੀ ਨਿਗਾਹ ਦੇ ਵਿੱਚ। ਜਵਾਨ ਵਾਸਤੇ ਕੋਈ ਹੋਰ ਨਹੀਂ ਹੈ, ਉਹਦੇ ਵਾਸਤੇ ਸਿਰਫ ਇਹ ਹੈ ਕਿ ਇਹ ਤਨ ਸਿਰਫ ਭੋਗਣੇ ਵਾਸਤੇ ਹੈ। ਇਹਨੂੰ ਲਗਾ ਦਿਓ ਬੁਰੇ ਕੰਮਾਂ ਵਿੱਚ, ਲਗਾ ਦਿਓ ਦਾਮ 'ਤੇ, ਮਰ ਜੀਏ ਜਿਉਂਦੇ ਰਹੀਏ, ਬਸ ਇਹਨੂੰ ਵਿਸ਼ਿਆਂ ਵਿੱਚ ਭੋਗ ਦਈਏ। ਪਰ ਨਹੀਂ, ਇਹ ਅਮੋਲਕ ਤਨ ਹੈ, ਇਹਨੂੰ ਸਵਾਰ ਕੇ ਰੱਖ। ਫਰੀਦ ਜੀ ਨੇ ਕਿਹਾ ਹੈ ਨਾ, ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦੜੀ ਦੇਹ, ਵਿਰਲੇ ਕਈ ਪਾਈਨ ਜਿੰਨਾ ਪਿਆਰੇ ਨੇਹ। ਫਰੀਦ ਜੀ ਕਹਿਣ ਲੱਗੇ ਕਿ ਵੇਖੋ ਕੋਈ ਵਿਰਲੇ ਆ ਟਾਵੇਂ ਟਾਵੇਂ, ਹੈਨ ਵਿਰਲੇ ਨਾ ਹੀ ਕਰਨੇ, ਕੋਈ ਟਾਵੇਂ ਟਾਵੇਂ ਹੈ। ਜਿਹੜੇ ਮਨੁੱਖ ਜਵਾਨ ਹੈ, ਫਿਰ ਸਿਰਫ ਜਵਾਨ ਹੀ ਨਹੀਂ ਹੈ, ਸੋਨੇ ਵਰਗਾ ਸਰੀਰ ਹੈ ਜਿਸਦਾ, ਅਤੇ ਸੋਨੇ ਵਰਗਾ ਸਰੀਰ ਹੋਏ ਬੜਾ ਸੁੰਦਰ, ਅਤੇ ਫਿਰ ਪਰਮਾਤਮਾ ਦਾ ਸ਼ੁਕਰ ਕਰੇ, ਵਿਸ਼ੇ ਵਿਕਾਰਾਂ ਤੋਂ ਆਪਦੇ ਆਪ ਨੂੰ ਵਰਜਿਤ ਕਰਕੇ ਰੱਖੇ। ਕੋਈ ਵੀ ਮਨੁੱਖ ਹੈ ਸੁੱਖਾਂ ਵਿੱਚ ਹੈ, ਪਰਮਾਤਮਾ ਨੂੰ ਯਾਦ ਕਰ ਰਿਹਾ ਹੈ, ਤਾਂ ਕਹਿਣ ਲੱਗੇ ਉਸ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਉਹ ਧਨ ਹੈ ਜਿਹੜਾ ਸਰੀਰ ਦੀ ਕਦਰ ਨੂੰ ਸਮਝਦਾ ਹੈ, ਨਹੀਂ ਸਮਝਦਾ ਮੂੜ ਹੈ, ਮੂਰਖ ਹੈ ਉਹ। ਤਾਂ ਕਰਕੇ ਕਹਿਣ ਲੱਗੇ ਇਹ ਸਰੀਰ ਨੂੰ ਅਸੀਂ ਵਿਸ਼ਿਆਂ ਵਿੱਚ ਲਗਾ ਲਿਆ, ਪਰ ਸਾਰ ਨਾ ਜਾਣੀ ਨਿਸ ਦਿਨ ਰਚੈ ਜਿਸੇ ਮੂਰਖ ਲੋਗਾ। ਨਿਸ ਦਿਨ ਰਾਤ ਦਿਨ ਮਨੁੱਖ ਵਿਸ਼ੇ ਵਿਕਾਰਾਂ ਵਿੱਚ ਲੱਗਾ ਹੋਇਆ ਹੈ। ਵਿਸ਼ੇ ਵਿਕਾਰ ਕਦੇ ਖਾ ਲਿਆ, ਕਿਧਰੇ ਭੋਗ ਲਿਆ ਕੁਛ, ਕਿਧਰੇ ਨਿੰਦਿਆ ਕਰ ਲਈ, ਕਿਧਰੇ ਫਿਰ ਸ਼ਰਾਬਾਂ ਕਬਾਬਾਂ ਮਾਸ ਖਾ ਲਿਆ, ਜੀਵਨ ਨੂੰ ਦੁਖੀ ਕਰ ਦਿੱਤਾ, ਕਿਧਰੇ ਕਿਸੇ ਨੂੰ ਗਾਲਾਂ ਕੱਢ ਆਇਆ, ਕਿਸੇ ਨੂੰ ਦੁੱਖ ਦੇ ਦਿੱਤਾ। ਇਹ ਸਾਡਾ ਜੀਵਨ ਹੈ, ਇਹਦੇ ਨਾਲੋਂ ਚੰਗਾ ਤਾਂ ਸਾਨੂੰ ਚੜ੍ਹੇ ਜਾਣਾ ਚਾਹੀਦਾ ਸੀ। ਜੇ ਸਾਡੇ ਹੁੰਦਿਆਂ ਕੋਈ ਦੁਖੀ ਹੋ ਰਿਹਾ ਹੈ, ਜੇ ਸਾਡੇ ਕਰਕੇ ਕਿਸੇ ਨੂੰ ਸੰਕਟ ਆ ਰਹੀ ਹੈ, ਇਹ ਧਰਮ ਹੀ ਨਹੀਂ ਹੋ ਸਕਦਾ। ਭਾਵੇਂ ਬੇਸ਼ੱਕ ਅਸੀਂ ਧਰਮ ਦੇ ਲਿਬਾਸ ਪਾਏ ਹੋਏ ਹੈ, ਧਰਮ ਦਾ ਮਤਲਬ ਹੈ ਤੇਰੇ ਹੁੰਦਿਆਂ ਕੋਈ ਦੁਖੀ ਨਾ ਹੋ ਸਕੇ, ਤੇਰੇ ਕਰਕੇ ਕਮ ਸੇ ਕਮ ਕੋਈ ਦੁਖੀ ਨਾ ਹੋਏ, ਬਾਕੀ ਭਾਵੇਂ ਜੋ ਮਰਜ਼ੀ ਹੋਏ, ਕਮ ਸੇ ਕਮ ਤੇਰੇ ਕਰਕੇ ਕਿਸੇ ਨੂੰ ਠੇਸ ਨਾ ਪਹੁੰਚੇ। ਜੇ ਤੇਰੇ ਕਰਕੇ ਕੋਈ ਦੁਖੀ ਹੋ ਰਿਹਾ ਹੈ ਤੇ ਤੇਰਾ ਜਨਮ ਬਿਰਥਾ ਹੀ ਸਮਝਣਾ ਚਾਹੀਦਾ ਹੈ। ਤਾਂ ਕਰਕੇ ਕਹਿਣ ਲੱਗੇ ਤੂੰ ਵਿਸ਼ੇ ਵਿਕਾਰਾਂ ਵਿੱਚ ਦਿਨ ਰਾਤ ਲੱਗਾ ਹੈ, ਥੋੜ੍ਹਾ ਸਮਝ ਵਿਚਾਰ ਕਰ, ਥੋੜ੍ਹੀ ਹੋਸ਼ ਕਰ, ਪਰ ਨਹੀਂ ਸਮਝਦਾ। ਲਾਭ ਨਾ ਲਿਓ ਸੋ ਪੂੰਜੀ ਖੋਈ, ਲਾਭ ਨਹੀਂ ਕੋਈ ਖੱਟਿਆ ਹੈ, ਸਾਰੀ ਇਹ ਪੂੰਜੀ ਸਵਾਸਾਂ ਦੀ ਖੋਹ ਲਈ ਹੈ। ਅੰਤਲੇ ਸਵਾਸਾਂ ਵਿੱਚ ਫਿਰ ਬੰਦਾ ਕਹਿੰਦਾ ਹੈ ਹੁਣ ਮੇਰੇ ਲਾਗੇ ਬਾਣੀ ਲਗਾ ਦਿਓ, ਪਰ ਉਦੋਂ ਸਮਾਂ ਨਹੀਂ ਇੰਨਾ, ਉਸ ਵੇਲੇ ਹੋਸ਼ ਨਹੀਂ ਬੰਦੇ ਨੂੰ ਹੁੰਦੀ ਹੈ। ਇਹ ਦੇਖੋ ਆ ਜਿਹੜੇ ਨੌਜਵਾਨ ਮੁੰਡੇ ਹੈ, ਜੇ ਇਹ ਰੋਜ਼ ਦੌੜ ਲਗਾਉਣ, ਰੋਜ਼ ਰਨਿੰਗ ਕਰਨ, ਅਤੇ ਫਿਰ ਤਾਂ ਉਹਨਾਂ ਦਾ ਸਟੈਮਿਨਾ ਪੱਕ ਜਾਂਦਾ ਹੈ, ਦਮ ਪੱਕ ਜਾਂਦਾ ਹੈ।
पर ਜਿਹੜੇ ਬੰਦੇ ਨੇ ਕਦੇ ਵੀ ਇਹ ਅਭਿਆਸ ਨਹੀਂ ਕੀਤਾ ਹੈ, ਇੱਕੋ ਦਿਨ ਆ ਕੇ ਆਖੇ ਵੀ ਮੈਨੂੰ ਹੁਣ ਪਹਿਲੇ ਨੰਬਰ 'ਤੇ ਦੇ ਦਿਓ, ਪਰ ਨਹੀਂ, ਉਹਨੂੰ ਅਭਿਆਸ ਤੇ ਕਰਨਾ ਪਏਗਾ। ਰੋਜ਼ ਰੋਜ਼ ਜ਼ਿੰਦਗੀ ਵਿੱਚ ਨਾਮ ਨਿਤ ਨਿਤ ਲੇਹ, ਨਿਤ ਨਿਤ ਨਾਮ ਨੂੰ ਜਪ। ਨਿਤਾ ਪ੍ਰਤੀ ਨਾਮ ਜਪਿਆ ਹੋਇਆ ਇੱਕ ਦਿਨ ਤੇਰੇ ਸਵਾਸਾਂ ਵਿੱਚ ਰਚ ਜਾਏਗਾ। ਫਿਰ ਉਹ ਅਵਸਥਾ ਆ ਜਾਏਗੀ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਉਹ ਫਿਰ ਰੋਮ ਰੋਮ ਕਰਕੇ ਸਵਾਸ ਸਵਾਸ ਪਰਮਾਤਮਾ ਦੀ ਬੰਦਗੀ ਵਿੱਚ ਲਗਾਏਗਾ। ਪਰ ਹਲੇ ਤਾਂ ਅਸੀਂ ਸ਼ੁਰੂਆਤ ਵਿੱਚ ਹਾਂ ਨਾ, ਅਸੀਂ ਹੁਣੇ ਸ਼ੁਰੂ ਹੀ ਨਹੀਂ ਹੋ ਰਹੇ ਹਾਂ, ਔਰ ਉੱਚੀਆਂ ਬੁਲੰਦੀਆਂ ਵੱਲ ਸਾਡਾ ਧਿਆਨ ਹੈ। ਕਈ ਮਨੁੱਖ ਪੁੱਛਦੇ ਹੈ ਕਿ ਇਹ ਕਿਵੇਂ ਸੁੱਖ ਮਿਲੇ। ਇੱਕ ਮੈਨੂੰ ਗੁਰਮੁਖ ਪਿਆਰਾ ਕਹਿਣ ਲੱਗਾ, ਅਖੇ ਗੁਰਬਾਣੀ ਦੇ ਅਰਥ ਪੜ੍ਹ ਕੇ ਗੁਰੂ ਦੇ ਦਰਸ਼ਨ ਹੋ ਜਾਂਦੇ ਆ। ਮੈਂ ਕਿਹਾ ਇਹਦੇ ਬਾਰੇ ਤਾਂ ਮੈਨੂੰ ਕੁਛ ਨਾ ਪੁੱਛ। ਮੈਂ ਕਿਹਾ ਬੜੇ ਬੜੇ ਗਿਆਨੀ ਹੈ, ਬੜੇ ਬੜੇ ਅਰਥ ਬਖਤੇ, ਬੜੇ ਬੜੇ ਗੁਰਬਾਣੀ ਦੇ ਅਰਥਾਂ ਨੂੰ ਘੁਮਾ ਫਿਰਾ ਕੇ ਪ੍ਰਗਟ ਕਰਨ ਵਾਲੇ ਵੀ ਹੈ, ਪਰ ਇੱਦਾਂ ਪ੍ਰਗਟ ਨਹੀਂ ਹੋ ਸਕਦਾ ਹੈ। ਇਹ ਤਾਂ ਸਾਡੀ ਬੁੱਧੀ ਆ ਨਾ, ਗੁਰਬਾਣੀ ਨੂੰ ਜਿਵੇਂ ਮਰਜ਼ੀ ਅਸੀਂ ਘੁਮਾ ਕੇ ਆਪਣੇ ਅਨੁਸਾਰ ਅਰਥ ਲਗਾ ਲਈਏ। ਆਹ ਮਾਸ ਖਾਣ ਵਾਲੇ ਨੇ ਆਪਣੇ ਅਨੁਸਾਰ ਲਗਾ ਲਿਆ ਅਰਥਾਂ ਦਾ ਹਿਸਾਬ, ਔਰ ਵਿਸ਼ੇ ਵਿਕਾਰਾਂ ਨੇ ਭੋਗ ਵਿਲਾਸਾਂ ਵਾਲਿਆਂ ਨੇ ਕਹਿ ਦਿੱਤਾ ਹੈ ਆਖੇ ਨੱਚਣ ਟੱਪਣ ਮਨ ਕਾ ਚਾਓ, ਉਹਨਾਂ ਨੇ ਆਪਣੇ ਅਨੁਸਾਰ ਲਗਾ ਲਿਆ ਹੈ। ਸੁਥਰੇ ਨੇ ਕਹਿ ਦਿੱਤਾ ਸੀ ਨਾ, ਭਾਈ ਨੇ ਕਿਹਾ ਸੀ ਮਹਾਰਾਜ ਕੇਤੇ ਲੈ ਲੈ ਮੁੱਕਰ ਪਾਹੇ, ਕਿਹਾ ਸੀ ਮਹਾਰਾਜ ਕਿੰਨੇ ਲੈ ਲੈ ਕੇ ਮੁੱਕਰ ਜਾ ਰਹੇ ਨੇ। ਤੇ ਸਤਿਗੁਰੂ ਕਹਿਣ ਲੱਗੇ ਵੀ ਕਿੰਨੇ ਮੁੱਕਰ ਗਏ ਨੇ ਠੀਕ ਹੈ, ਪਰ ਅਗਲੀ ਪੰਕਤੀ ਵੀ ਪੜ੍ਹ ਦੇ। ਪਰ ਕਹਿ ਲੱਗਾ ਨਹੀਂ ਮਹਾਰਾਜ, ਸਾਰੀ ਬਾਣੀ ਮੇਰੇ ਵਾਸਤੇ ਹੀ ਹੈ। ਇਸ ਤਰ੍ਹਾਂ ਮਨੁੱਖ ਨੇ ਆਪਣੇ ਅਨੁਸਾਰ ਸਾਰਾ ਕੁਝ ਲਗਾਇਆ ਹੋਇਆ ਹੈ। ਕੁਛ ਵੀ ਕਰੀਏ, ਜੇਕਰ ਸਾਡੇ ਮਨ ਅੰਦਰ ਥੋੜ੍ਹਾ ਵੀ ਸੂਖਸ਼ਮ ਹੰਕਾਰ ਹੈ ਹਲੇ, ਤੇ ਨਹੀਂ ਪ੍ਰਾਪਤੀ ਹੋਏਗੀ। ਤਾਂ ਕਰਕੇ ਇਹ ਸੋਚਣਾ ਹੈ ਜਿੰਨਾ ਸਮਾਂ ਮਿਲਿਆ ਹੈ ਵੱਧ ਤੋਂ ਵੱਧ ਸਮਾਂ ਉਹਦੀ ਬੰਦਗੀ ਵਿੱਚ ਲਗਾ ਦੇ। ਸ਼ੁਕਰ ਹੀ ਕਰਦਾ ਰਹਿ। ਇਹ ਤੇਰਾ ਰੋਜ਼ ਰੋਜ਼ ਦਾ ਸ਼ੁਕਰ ਇੱਕ ਦਿਨ ਤੇਰੀ ਵੱਡੀ ਅਰਦਾਸ ਬਣ ਜਾਏਗੀ। ਪਰ ਅਰਦਾਸਾਂ ਅਸੀਂ ਰੋਜ਼ ਕਰਦੇ ਹਾਂ, ਪਰ ਅਰਦਾਸ ਵੀ ਸਾਡੀ ਲੋਕਾਂ ਦੇ ਬੁਰੇ ਤੱਕਣ ਵਾਲੀ ਹੈ। ਸੋਚਦੇ ਹਾਂ ਮਨ ਵਿੱਚ, ਸੋਚਦੇ ਹਾਂ ਫਲਾਣਾ ਕਿਧਰੇ ਅੱਗੇ ਨਾ ਲੰਘ ਜਾਏ, ਮੈਂ ਪਿੱਛੇ ਨਾ ਰਹਿ ਜਾਵਾਂ। ਪਰ ਨਹੀਂ, ਪਰਮਾਤਮਾ ਦਾ ਦਰ ਬੜਾ ਉੱਚਾ ਹੈ। ਉੱਥੇ ਤਾਂ ਇੱਦਾਂ ਹੈ ਪਾਸ਼ਨ ਕ੍ਰੋਧ ਅਗਰਣੀਵ ਹੈ। ਉੱਥੇ ਤੇ ਉਹ ਜਿਹੜੇ ਪਿੱਛੇ ਹੈ ਉਹਨਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਜਿਹੜੇ ਅੱਗੇ ਹੈ ਮਾਨੀ ਹੈ, ਅਭਿਮਾਨੀ ਹੈ, ਉਹ ਪਿੱਛੇ ਕਰ ਦਿੱਤੇ ਜਾਂਦੇ ਨੇ। ਤੂੰ ਕਿਹੜੇ ਚੱਕਰ ਵਿੱਚ ਹੈ, ਕਿਹੜੀ ਚਿੰਤਾ ਕਰਦਾ ਪਿਆ ਹੈ? ਤਾਂ ਕਰਕੇ ਤੂੰ ਸਾਰਾ ਜੀਵਨ ਵਿਸ਼ੇ ਵਿਕਾਰਾਂ ਵਿੱਚ ਲਗਾ ਦਿੱਤਾ। ਗਮਨੇ ਅੰਤ ਬਾਰ ਕਰ ਦੋਈ। ਤੇ ਫਿਰ ਅੰਤ ਬਾਰ ਜਿਹੜੇ ਤੇਰੇ ਦੋਨੋਂ ਹੱਥ ਹੈ ਕੀ ਕਰਦਾ ਹੈ? ਭਾਏ ਨਰਕ ਹੋਵੇ ਕਸ਼ਟ ਅਪਾਰੇ। ਅੰਤ ਝਾੜ, ਜਦੋਂ ਅੰਤ ਵੇਲਾ ਹੁੰਦਾ ਹੈ ਮਨੁੱਖ ਫਿਰ ਹੱਥ ਝਾੜ ਕੇ ਜਾਂਦਾ ਹੈ। ਜਿਵੇਂ ਕੋਈ ਬੰਦਾ ਹਾਰ ਜਾਏ ਜੂਏ ਵਿੱਚੋਂ, ਜਵਾਰੀ ਹਾਰ ਜਾਂਦਾ ਹੈ, ਫਿਰ ਉਹ ਸ਼ਰਮਿੰਦਾ ਜਿਹਾ ਹੱਥ ਝਾੜ ਕੇ ਚਲੇ ਜਾਂਦਾ ਹੈ, ਕੱਪੜੇ ਜਿਹੇ ਆਪਦੇ ਝਾੜ ਕੇ ਉੱਠ ਜਾਂਦਾ। ਜਿਵੇਂ ਇਹ ਸੰਸਾਰ ਵਿੱਚੋਂ ਬੰਦਾ ਜਿਹਨੇ ਕੁਛ ਨਹੀਂ ਕੀਤਾ ਹੈ ਉਹ ਇੱਦਾਂ ਫਿਰ ਸ਼ਰਮਿੰਦਾ ਹੋ ਕੇ ਜਾਂਦਾ ਹੈ ਕਿ ਮੈਂ ਹੁਣ ਕੀ ਮੂੰਹ ਦਿਖਾਵਾਂਗਾ। ਜਿਵੇਂ ਕੋਈ ਆਦਮੀ ਰਾਜੇ ਕੋਲ ਮੋਹਲਤ ਲੈ ਕੇ ਆਇਆ ਹੋਏ ਕਿ ਰਾਜਨ ਇੰਨਾ ਸਮਾਂ ਦੇ ਦੇ, ਮੈਂ ਤੇਰਾ ਫਲਾਣਾ ਮੋਰਚਾ ਫਤਿਹ ਕਰ ਦੇਵਾਂਗਾ। ਪਰ ਜੇ ਉਹ ਬੰਦਾ ਕਈ ਸਾਲ ਬਤੀਤ ਕਰਕੇ ਆ ਜਾਏ, ਕੰਮ ਨਾ ਸਬਰੇ, ਤਾਂ ਫਿਰ ਰਾਜੇ ਦੇ ਦਰਬਾਰ ਦੇ ਸਾਹਮਣੇ ਖੜਾ ਹੋਣਾ ਪਏ। ਕੀ ਮੂੰਹ ਲੈ ਕੇ ਜਾਵਾਂਗੇ ਅਸੀਂ? ਕਿਆ ਮੋਹ ਲੈ ਜਾਏ ਗੁਣ ਵਿਹੂਣ, ਨਾਮ ਜਪਿਆ ਨਾ ਤੇਰਾ। ਕੀ ਮੂੰਹ ਲੈ ਕੇ ਜਾਵਾਂਗੇ ਅਸੀਂ ਜਦੋਂ ਕਹਾਂਗੇ ਕਿ ਸਾਰੀ ਉਮਰ ਅਸੀਂ ਪਰਿਵਾਰਾਂ ਵਿੱਚ ਜਕੜੇ ਰਹੇ, ਸਾਰੀ ਉਮਰ ਲੋਕਾਂ ਨੂੰ ਠੱਗਦੇ ਰਹੇ, ਕਦੇ ਤੈਨੂੰ ਯਾਦ ਨਾ ਕੀਤਾ। ਤੇ ਫਿਰ ਕੀ ਮੂੰਹ ਲੈ ਕੇ ਜਾਵਾਂਗੇ? ਸ਼ਰਮਿੰਦੇ ਹੋਵਾਂਗੇ। ਬੰਦਾ ਕਿਸੇ ਦੇ ਕਰਕੇ ਨਹੀਂ ਸ਼ਰਮਿੰਦਾ ਹੁੰਦਾ, ਆਪ ਦੀਆਂ ਕਰਤੂਤਾਂ ਕਰਕੇ ਸ਼ਰਮਿੰਦਾ ਹੁੰਦਾ ਹੈ। ਕੋਈ ਉਹਨੂੰ ਸ਼ਰਮਿੰਦਾ ਕਰਨ ਵਾਲਾ ਕੌਣ ਹੈ? ਕੋਈ ਕਿਸੇ ਨੂੰ ਨਰਾਦਰ ਨਹੀਂ ਦੇ ਸਕਦਾ। ਇੱਥੇ ਤੇ ਅਸ਼ਟਾਵਾਕਰ ਵਰਗੇ ਨਰਾਦਰ ਦੇਣ ਵਾਲੇ ਵੀ ਸ਼ਰਮਿੰਦੇ ਹੋਏ ਸੀ। ਇਹ ਤੁਸੀਂ ਸੁਣਿਆ ਹੈ ਨਾ ਕਿ ਅਸ਼ਟਾਵਾਕਰ ਜਿਹਦਾ ਅੰਗ ਪ੍ਰੰਗ ਬਿਲਕੁਲ ਜਿਹੜਾ ਵਿਗੜਿਆ ਤਿਗੜਿਆ ਹੈ, ਸਰੀਰ ਨਹੀਂ ਸੁਧਰਾ ਸਾਫ਼ ਹੈ, ਸਰੀਰ ਤੇ ਕਰੂਪ ਹੈ, ਪਰ ਅੰਦਰ ਗਿਆਨ ਹੈ। ਸਾਰੇ ਲੋਕ ਹੱਸ ਪਏ ਸੀ ਉਹਨੂੰ ਦੇਖ ਕੇ। ਜਦੋਂ ਰਾਜੇ ਜਨਕ ਦੀ ਸਭਾ ਵਿੱਚ ਗਿਆ ਤੇ ਲੋਕ ਹੱਸ ਪਏ, ਉਹ ਅਸ਼ਟਾਵਾਕਰ ਵੀ ਹੱਸ ਪਿਆ। ਹੁਣ ਉਹ ਕਿਉਂ ਹੱਸਿਆ ਇਹ ਸਮਝ ਲੈਣਾ। ਗਿਆਨੀ ਸੀ ਨਾ, ਬ੍ਰਹਮ ਗਿਆਨ ਦ੍ਰਿੜ ਸੀ ਉਹਦੇ ਅੰਦਰ। ਕਿਵੇਂ? ਜਿਵੇਂ ਹੱਥ 'ਤੇ ਔਲਾ ਰੱਖਿਆ ਹੋਏ, ਇੱਦਾਂ ਅੰਦਰ ਸਥਿਰ ਸੀ ਪਰਮਾਤਮਾ। ਉਹ ਹੱਸੇ ਉਹਦੇ ਵੱਲ ਤੇ ਉਹ ਉਹਨਾਂ ਵੱਲ ਵੇਖ ਕੇ ਹੱਸ ਪਿਆ। ਕਾਰਨ ਪੁੱਛਿਆ, ਅਖੇ ਰਾਜਨ ਇਹ ਤੇਰੀ ਸਭਾ ਵਿੱਚ ਚਮਿਆਰ ਬੈਠੇ ਹੋਏ ਨੇ ਸਾਰੇ, ਇੱਥੇ ਤਾਂ ਕੋਈ ਸਿਆਣਾ ਨਹੀਂ ਲੱਗਦਾ ਹੈ।
राजा कहने लगा नहीं ये तो महान पंडित है, धुरंधर ज्ञानी आ सारे। कह लगे नहीं ये तो मेरे चम वल वेख के हसते पे ने, ये तो चम दे पुजारी है, ये परमात्मा की चर्चा नहीं कर सकते है, ये मूर्ख है। जिहदे अंदर है, जिहदे अंदर कुछ है गुण, उन्होंने कोई दुखी की कर सकता है। साडियां करतूतां ही इहो जिहियां ने। करतूत लफज है कम्मां दा, इहनूं कोई उल्टे बन्ने न लै जाए, कम्मां दा। साडे कम्मां करके असीं दुखी हाँ। कौन दुखी कर सकता है सानूं? असीं कह दिंदे हाँ फलाणे ने साडे घर कुछ कर दिता है कोई नहीं ताकत रखण वाला जिहड़ा परमात्मा दा शरीक बन जाए? कोई शरीक नहीं बनया हले तक उहदा। कोई सानूं दुख दे सके ऐ हो नहीं सकदा। असीं आप ही कुछ ना कुछ बिगाड़िया है, ऐ समझना चाहिए है सानूं। कहण लगे देखो मनुख ने जदों अंत वेले गया है तो हथ झाड़ के गया है। एक बने दूसरे है, कहो नानक बाह लुटाई है। एक दूसरे है, एक तो वह है जिन्होंने जीवन आपका बिरथा लंघा लिया। एक बाहवां खिलार के जाते हैं, जिवें आ मंत्री कोई आया हो किधरे दूरों ही हथ खड़े करता है कि मैं आ गया हाँ। एक वो है जिन्होंने जीवन में बाजी मारी है, बाजी जित के गए ने जेड़े, वो हथ खड़े करके आउंदे खुशी नाल भी मैं हुण जित गया हाँ, हुण नहीं मैनूं किसी की परवाह है कोई। सतगुरु नानक कहंदे कि वो बाहां खिलार के जाते हैं, दूसरे हथ झाड़ के शर्मिंदे हो के। ऐ असीं सोचना है असीं शर्मिंदे हो के जाना है कि जां रोब नाल जाना है, टौर नाल जाना है, ऐ सानूं पता होना चाहिए। कहण लगे देखो ऐ संसार की हालत है, पाए नरक होवे कष्ट अपारे। फिर कई साल कई वरे नरकां विच जाके पए रहिंदे है, बड़े कष्ट पाउंदे है, बड़े दुखी हुंदे। बहुरे त्रिगत जोन जग धारे। फिर उहदे ताईं उहदी कीती हुई वासना अनुसार फिर त्रिगत जोना किहड़ियां ने? त्रिगाकार, ढिड घसा के तरन वालियां जिहड़ियां जोनां ने, जिवें कीड़े मकौड़े हो गए, ਇਹ ਢਿੱਡ ਘਸਾ के ਚੱਲਣ वालियां जोनां ਵਿੱਚ ਪੈਣਾ ਪੈਂਦਾ है। ਤਾਂ ਕਰਕੇ ਇਹ ਸਮਝ ਕਰ, समझ चेत ए मूढ़ ज्ञानी तू समझ कर। तो कह लगे वो मनुख वो अंत वेले फिर एक तो नरकों का दुख भोगता है, फिर जे किधरे उतों खलासी होंदी है आके त्रिगत जोनां विच पै जाता है। यह सुनिया है गुरमुख प्यारियां कोलों कि जिहड़ा आदमी अंत वेले जिहदे 10वें द्वार थानी प्राण निकल, वो मनुख ब्रह्म ज्ञानी हुंदा है। जिहदे अखां द्वारी प्राण निकल, अखां द्वारी अखां खुल्लियां रह जांदियां कईयां दे, बाकी मूँह मां मीठा रहिंदा सारा कुछ। जिन्हां दीयां अखां खुल्लियां रह जाण तां समझना वो फिर मनुख बनेगा। जिहदे मूँह थाणी प्राण निकलदे है वो फिर थोड़ी होर छट जिहड़ी जिवें जानवर बन गए। ते जिन्हां दे जिहड़े कह दईए जिवें किरिया निकल जाती है, वो जिवें शरीर विचों मल निकल जाती, जिवें वो मनुख जिहड़े है वो बिल्कुल नीच जातियां विच नीच जोनां विच पैंदे है। ऐ समझ लेना अंत वेला उन्हां दा दुखदाई होएगा। तां करके समझ कर तू एक निज पूंजी राख बहुते। एक इहो जिहे है जिहड़े आपदी पूंजी नूं सवार के लै गए ने। इकना ने ये पूंजी नूं बिरथा लंघा दिता, इकना ने ये पूंजी साਂਭ के रखी है। वरती उन्हां भी नहीं है वैसे, इकना ने वरती है गलत कामां विच, इकना ने वरती ही नहीं है। उन्हां बारे सुनो पाए इस मानुख तन धर पुन विसाला। एक इहो जे मनुख ने जिन्हां ने बड़े पुन कीते है, बड़ी सेवा की है, लोगों के घर बना दिते, दान पुन बड़ा किया है। यह पुन तो बड़े किए उन्होंने, पर सुनो करत रहे तप मैं तन घाला। बड़े तप किए है, बड़े शरीर को कष्ट भी दिते, सेवा भी की है, पर सुनो से स्वर्ग सुख भोग जाई। वो स्वर्ग में जाएंगे। हुण स्वर्ग का भी सुख सुन लो, स्वर्ग में बंदा सदा नहीं रह सकता है, आउना पै जाता है। कदों पुन जग मानुख दे ही पाई। मनुख के जिन्ने कर्म है उन्हां कर्मां का फल एक ना एक दिन मुक जाता है। जे कोई सेवा भी की है, आप खुद बंदगी नहीं की है, भजन नहीं किया, तो फिर उसकी हालत इहो जी है ना, रास बिरानी राख ते खाया घर का खेत। बेगानियां बारे सोचता है चंगी गल है, पर अपने बारे भी सोच। धौल धर्म दया का पूत, संतोख थाप रखिया जिन सूत। तू होरनां ते दया कर, चंगी गल है, पर आप भी संतोखी हो जा।
ਤੂੰ ਦਇਆ ਦੇ ਨਾਮ 'ਤੇ ਵੀ ਲੋਭੀ ਹੋਇਆ ਫਿਰਦਾ ਹੈ। ਕਈ ਇਹੋ ਜਿਹੇ ਮਨੁੱਖ ਦੇਖੇ ਜਾਂਦੇ ਸਾਧ ਸੰਗਤ ਜੀ, ਸੇਵਾ ਵੀ ਕਰਦੇ ਬੜੀ, ਪਰ ਫਿਰ ਵੀ ਸੇਵਾ ਦੇ ਨਾਮ 'ਤੇ ਵੀ ਧਨ ਇਕੱਤਰ ਕਰਨਾ, ਇਹ ਕਿਹੋ ਜਿਹੀ ਸਿਆਣਪ ਹੈ? ਇਹ ਤਾਂ ਬਹੁਤ ਹੀ ਮੂਰਖਤਾ ਹੈ ਨਾ। ਸੇਵਾ ਵੀ ਕਾਹਦੀ ਫਿਰ? ਉਹ ਸੋ ਠੀਕ ਹੈ, ਤੂੰ ਲੋਕਾਂ ਦੇ ਘਰ ਬਣਾ ਰਿਹਾ ਹੈ। ਜੇ ਤੂੰ ਕਿਸੇ ਦਾ ਲੱਖ ਦਾ ਘਰ ਬਣਾਇਆ, 2 ਲੱਖ ਤੂੰ ਕੋਲ ਰੱਖ ਲਿਆ, ਕਿਹੜੀ ਸੇਵਾ ਹੈ ਇਹ ਲੋਕਾਂ ਕੋਲੋਂ ਤੂੰ ਇਕੱਤਰ ਕਰਕੇ ਤੂੰ ਸੋਚਦਾ ਹੋਵੇਂ ਵੀ ਮੈਂ ਬੜੀ ਸੇਵਾ ਕਰਦਾ ਪਿਆ ਹਾਂ। ਇਹ ਜਿਨ੍ਹਾਂ ਜਿਨ੍ਹਾਂ ਦੀ ਸੇਵਾ ਲੱਗੀ ਹੈ ਉਹਨਾਂ ਨੂੰ ਫਲ ਮਿਲਣਾ ਹੈ, ਤੂੰ ਤੇ ਫਿਰ ਖਾਲੀ ਰਹਿ ਜਾਏਗਾ। ਠੀਕ ਹੈ, ਤੇਰਾ ਇਹ ਪਰਉਪਕਾਰ ਹੈ, ਪਰ ਜੇ ਮਨੁੱਖ ਇਕੱਲੀ ਸੇਵਾ ਵੀ ਕਰਦਾ ਹੈ, ਪੱਲੇ ਵੀ ਕੋਈ ਦਿੰਦਾ ਹੋਏ, ਖੁਦ ਬਾਣੀ ਨਹੀਂ ਪੜ੍ਹਦਾ ਹੈ, ਖੁਦ ਸਿਮਰਨ ਨਹੀਂ ਕਰਦਾ ਹੈ, ਨਾਮ ਨਹੀਂ ਜਪਦਾ ਹੈ, ਤਾਂ ਉਹ ਪੁੰਨਾਂ ਦਾ ਫਲ ਮਿਲ ਜਾਏਗਾ। ਪੁੰਨਾਂ ਦੇ ਕਰਕੇ ਉਹਦੇ ਤਾਈਂ ਸਵਰਗ ਮਿਲ ਜਾਏਗਾ। ਪਰ ਜਿੰਨਾ ਚਿਰ ਪੁੰਨ ਨੇ ਉਹਨਾਂ ਚਿਰ ਤੂੰ ਸਵਰਗ ਵਿੱਚ ਸੁੱਖ ਭੋਗੇਗਾ, ਫਿਰ ਨਰਕਾਂ ਵਿੱਚ ਆਉਣਾ ਪਏਗਾ। ਨਰਕਾਂ ਨਹੀਂ ਬਲਕਿ ਮਾਤ ਲੋਕ ਵਿੱਚ, ਫਿਰ ਇਸ ਸੰਸਾਰ ਵਿੱਚ ਆਉਣਾ ਹੀ ਪਏਗਾ। ਜਿੰਨਾ ਚਿਰ ਤੇਰੇ ਚੰਗੇ ਕਰਮਾਂ ਦਾ ਫਲ ਸੀ ਤੂੰ ਭੋਗ ਲਿਆ। ਇੱਕ ਹੋਰ ਕਰਮ ਹੈ ਜਿਹਦੇ ਬਾਰੇ ਸਤਿਗੁਰਾਂ ਨੇ ਕਿਹਾ, ਕਰਮ ਕਰਤ ਹੋਵਨ ਇਹ ਕਰਮ। ਇੱਕ ਉਹ ਕਰਮ ਹੈ, ਕੰਮ ਕਰਦਾ ਵੀ ਪਿਆ ਹੈ ਪਰ ਨਿਸ਼ਕਾਮ ਹੋ ਕੇ, ਕੋਈ ਕਾਮਨਾ ਨਹੀਂ ਹੈ। ਪੜ੍ਹ ਰਿਹਾ ਹਾਂ ਜਪਜੀ ਸਾਹਿਬ, ਐਵੇਂ ਹੀ ਕਾਮਨਾ ਹੈ ਮੈਂ ਜਪਜੀ ਸਾਹਿਬ ਪੜ੍ਹਾਂ, ਮੇਰਾ ਕੰਮ ਚੱਲ ਜਾਏ ਚੰਗਾ। ਐਵੇਂ ਹੀ ਮਤਲਬ ਹੈ ਮੈਂ ਸੁਖਮਨੀ ਪੜ੍ਹਦਾ ਹਾਂ ਅਤੇ ਮੇਰਾ ਘਰ ਵਿੱਚ ਬਹੁਤ ਜ਼ਿਆਦਾ ਹੁਣ ਖਜ਼ਾਨੇ ਆ ਜਾਣ, ਇਹ ਕਾਮਨਾ ਨਹੀਂ। ਸਿਰਫ ਤਾਂ ਪੜ੍ਹਦਾ ਹਾਂ ਕਿ ਸੱਚੇ ਪਾਤਸ਼ਾਹ ਬੜੇ ਜਨਮ ਵਿਛੜੇ ਸੀ, ਬਹੁਤ ਜਨਮ ਵਿਛੜੇ ਥੇ ਮਾਧਵ, ਇਹ ਜਨਮ ਤੁਮਾਰੇ ਲੇਖੇ। ਹੁਣ ਮੈਂ ਇਹ ਜਨਮ ਤੁਹਾਡੇ ਲੇਖੇ ਲਾਉਣਾ ਹੈ। ਇਹ ਬਾਣੀ ਮੈਂ ਤਾਂ ਪੜ੍ਹ ਰਿਹਾ ਹਾਂ ਕਿ ਪਰਮਾਤਮਾ ਮੈਨੂੰ ਕਬੂਲ ਕਰ ਲਿਓ, ਮੈਨੂੰ ਸਵੀਕਾਰ ਕਰ ਲਿਓ। ਹੁਣ ਨਾ ਮੈਨੂੰ ਆਪਦੇ ਦਰ ਤੋਂ ਕੱਢਿਓ। ਕਈ ਵਾਰੀ ਮੈਂ ਤੁਹਾਡੇ ਦਰ ਤੋਂ ਸ਼ਰਮਿੰਦਾ ਹੋ ਕੇ ਆਇਆ ਹਾਂ, ਪਰ ਭੁੱਲ ਜਾਂਦਾ ਹਾਂ ਕਿਉਂਕਿ ਨਹੀਂ ਸਮਝ ਹੈ, ਅਚੇਤ ਹਾਂ, ਬਾਲਕ ਹਾਂ। ਪਰ ਹੁਣ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਸੰਸਾਰ ਵਿੱਚੋਂ ਕੱਢ ਦਿਓ ਹੁਣ ਇੱਕ ਵਾਰ, ਮੁੜ ਕੇ ਮੈਂ ਇੱਥੇ ਨਹੀਂ ਆਵਾਂਗਾ। ਸਤਿਗੁਰੂ ਜੀ ਨੇ ਕਿਹਾ ਹੈ ਨਾ, ਗੁਰੂ ਗੋਬਿੰਦ ਸਿੰਘ ਜੀ ਨੇ, ਕਿ ਚਿਤ ਨਾ ਭਇਓ ਹਮਰੋ ਆਵਨ ਕੋ। ਸਤਿਗੁਰੂ ਕਹਿ ਲਗੇ ਸਾਡਾ ਚਿੱਤ ਨਹੀਂ ਸੀ ਕਰਦਾ ਇਸ ਮਾਤ ਲੋਕ ਵਿੱਚ ਆਉਣੇ ਨੂੰ, ਪਰ ਪਰਮਾਤਮਾ ਨੇ ਹੁਕਮ ਕੀਤਾ ਵੀ ਨਹੀਂ, ਤੁਹਾਨੂੰ ਜਾਣਾ ਹੀ ਪਏਗਾ, ਕਿਉਂਕਿ ਤੁਹਾਡੇ ਜਾਣ ਤੋਂ ਬਿਨਾਂ ਇਹ ਸੰਸਾਰ ਸੁਧਰੇਗਾ ਨਹੀਂ। ਪਰ ਸੁਧਰੇ ਨੇ ਕੁਛ ਵਿਰਲੇ ਵਿਰਲੇ, ਬਾਕੀ ਫਿਰ ਉਸੇ ਤਰ੍ਹਾਂ ਹੀ। ਗੁਰੂ ਗੋਬਿੰਦ ਸਿੰਘ ਨੂੰ ਵੀ ਕੋਈ ਸਮਝ ਨਾ ਸਕੇ, ਪਰ ਕਹਿਣ ਲੱਗੇ ਦੇਖੋ ਇਹ ਪਰਮਾਤਮਾ, ਅਸੀਂ ਤੁਹਾਡੇ ਦਰ ਤੋਂ ਆਏ ਸੀ ਪਹਿਲੇ, ਹੁਣ ਅਸੀਂ ਇੱਦਾਂ ਨਹੀਂ ਜਾਣਾ ਚਾਹੁੰਦੇ ਖਾਲੀ ਹੱਥ। ਹੁਣ ਤੁਹਾਡੇ ਵਾਸਤੇ ਅਸੀਂ ਨਾਮ ਰੂਪੀ ਗੁਲਦਸਤੇ ਲੈ ਕੇ ਜਾਵਾਂਗੇ। ਨਾਮ ਜਪ ਜਪ ਕੇ ਤੁਹਾਡਾ ਸ਼ੁਕਰ ਕਰ ਕਰਕੇ ਅਸੀਂ ਸੁੱਖ ਲੈ ਲਵਾਂਗੇ, ਫਿਰ ਸਾਨੂੰ ਕੋਈ ਦੁੱਖ ਨਹੀਂ ਹੋ ਸਕਦਾ। ਇਸ ਕਰਕੇ ਬਾਣੀ ਪੜ੍ਹਨੀ ਹੈ ਕਿ ਮੈਂ ਮੁਕਤ ਹੋ ਜਾਵਾਂ। ਬਾਕੀ ਵਿਵਹਾਰ ਵਾਸਤੇ ਬਾਣੀ ਪੜ੍ਹਨੀ ਹੈ, ਉਹ ਪੜ੍ਹੀ ਹੋਈ ਬਾਣੀ ਦਾ ਲਾਹਾ ਤੇ ਹੈ। ਇਹ ਨਹੀਂ ਵੀ ਬਾਣੀ ਪੜ੍ਹੀ ਦਾ ਲਾਹਾ ਕੋਈ ਨਹੀਂ ਹੈ, ਸਾਰੀ ਬਾਣੀ ਪੜ੍ਹੀ ਹੋਈ ਲਾਹੇਵੰਦ ਹੈ। ਪਰ ਜਿਸ ਪ੍ਰਯੋਜਨ ਵਾਸਤੇ ਪੜ੍ਹੀ ਹੈ, ਜਿਸ ਕੰਮ ਵਾਸਤੇ ਪੜ੍ਹੀ ਹੈ, ਉਹ ਹੀ ਕੁਛ ਮਿਲੇਗਾ। ਕਿਉਂਕਿ ਜਿਹਾ ਵੇਖ ਜਿਹਾ ਦੇਖੇ ਤੇਹਾ ਵੇਖ। ਗੁਰੂ ਨੂੰ ਕੋਈ ਜਿਹੋ ਜਿਹਾ ਦੇਖਦਾ ਹੈ ਨਾ, ਇਹੋ ਜਿਹਾ ਗੁਰੂ ਉਹਨੂੰ ਦੇਖਦੇ ਹੈ। ਗੁਰੂ ਸ਼ੀਸ਼ੇ ਵੱਟ ਹੈ, ਸ਼ੀਸ਼ੇ ਵਿੱਚ ਜਿਹੋ ਜਿਹਾ ਸਾਡਾ ਮੁੱਖ ਹੈ ਉਹੋ ਜਿਹਾ ਹੀ ਦਿਸੇਗਾ ਨਾ। ਜੇ ਕਾਲਾ ਰੰਗ ਹੈ ਤੇ ਕਾਲਾ ਹੀ ਦਿਸੇਗਾ, ਜੇ ਗੋਰਾ ਹੈ ਤੇ ਗੋਰਾ ਹੀ ਦਿਸੇਗਾ, ਜਿਹੋ ਜਿਹਾ ਹੈ ਉਹੋ ਜਿਹਾ ਦਿਸੇਗਾ। ਅਤੇ ਜੇ ਅਸੀਂ ਸੋਚਾਂਗੇ ਕਿ ਗੁਰੂ ਸਾਹਿਬ ਜੀ ਸਾਡੇ 'ਤੇ ਕਿਰਪਾ ਕਰਨ, ਗੁਰੂ 'ਤੇ ਕਿਰਪਾ ਖੜ ਕੇ ਖਲੋਤੇ ਨੇ, ਪਰ ਅਸੀਂ ਹਾਲੇ ਗੁਰੂ ਦੇ ਹੋਏ ਹੀ ਨਹੀਂ। ਹਾਲੇ ਅਸੀਂ ਸੋਚਦੇ ਹਾਲੇ ਹੋਰ ਸਮਾਂ ਨਿਕਲ ਜਾਏ, ਹੋਰ ਸਮਾਂ ਨਿਕਲ ਜਾਏ। ਪਰ ਸਮਝ ਜਾਈਏ, ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ। ਸਮਝਣਾ ਚਾਹੀਦਾ ਹੈ ਸਾਨੂੰ ਵੀ ਜੀਵਨ ਬਿਰਥਾ ਜਾ ਰਿਹਾ ਹੈ। ਕੀ ਲਾਹਾ ਹੈ ਇਹ ਦਾਸ ਨੂੰ ਆਪਦੇ ਜੀਵਨ ਵਿੱਚ ਪਤਾ ਹੈ। ਤਕਰੀਬਨ ਅੱਜ ਤੋਂ 8-9 ਸਾਲ ਪਹਿਲਾਂ ਦੀ ਗੱਲ ਹੈ। ਇੱਕ ਮਿੱਤਰ ਦੇ ਘਰ ਮੈਂ ਗਿਆ ਸੀ। ਉਦੋਂ ਮੇਰਾ ਵੀ ਕੋਈ ਜੀਵਨ ਏਡਾ ਵਧੀਆ ਤਾਂ ਨਹੀਂ ਸੀ, ਪਰ ਮੈਨੂੰ ਯਾਦ ਹੈ ਕਿ ਉਹ ਗੁਰਸਿੱਖ ਬੜੇ ਪਿਆਰੇ ਸੀ, ਬਾਣੀ ਪੜ੍ਹਨ ਵਾਲੇ ਸੀ। ਮੈਨੂੰ ਉਹਨਾਂ ਵੱਲ ਦੇਖ ਕੇ ਬਹੁਤ ਜ਼ਿਆਦਾ ਆਪਣੇ ਆਪ ਦੇ ਵਿੱਚ ਗਿਲਾਨੀ ਹੋਈ ਕਿ ਮੈਂ ਕਿਹੋ ਜਿਹਾ ਹਾਂ, ਇੰਨੇ ਬਾਣੀ ਪੜ੍ਹਨ ਵਾਲੇ, ਮੈਂ ਕਿੱਥੇ ਮੂਰਖ ਇੱਥੇ ਆ ਗਿਆ ਹਾਂ। ਇਹ ਜਦੋਂ ਅੰਦਰ ਆਪਦੇ ਅਵਗੁਣ ਦਿਸਣ, ਸ਼ਾਇਦ ਉਦੋਂ ਗੁਰੂ ਕਿਰਪਾ ਕਰ ਹੀ ਦਿੰਦੇ ਨੇ। ਮੈਂ ਆਪਦੇ ਜਜ਼ਬਾਤਾਂ ਨਾਲ ਕਹਿ ਰਿਹਾ ਹਾਂ। ਬਾਕੀ ਕਿਹੋ ਜਿਹਾ ਜੀਵਨ ਕਿਸੇ ਦਾ ਇਹਦੇ ਬਾਰੇ ਮੈਂ ਨਹੀਂ ਕਹਿੰਦਾ, ਪਰ ਜਦੋਂ ਅੰਦਰ ਗਿਲਾਨੀ ਹੋਈ ਹੈ ਕਿ ਜੇ ਇਹ ਬੰਦੇ ਨਾਮ ਜਪਦੇ ਪਏ ਨੇ, ਮੈਂ ਕਿਉਂ ਨਾ ਜਪਾਂ। ਇਹ ਬਿਦ ਸੁਣ ਕੇ ਜਾਟੜੋ ਉੱਠ ਭਗਤੀ ਲਾਗਾ। ਕੌਣ ਸੀ ਧੰਨਾ? ਜੱਟ ਸੀ ਜ਼ਿਮੀਦਾਰ, ਕੋਈ ਨਹੀਂ ਸੀ ਪਤਾ, ਕਿਉਂਕਿ ਜ਼ਿਆਦਾਤਰ ਜੱਟ, ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਹੈ ਕਿ ਜੱਟ ਦੇ ਮੂੰਹ ਦੇ
ਹਥੌੜੇ ਹੁੰਦੇ ਨੇ, ਮੂੰਹ ਦੇ ਕੁਹਾੜੇ ਹੁੰਦੇ ਨੇ। ਜੱਟ ਦਾ ਬੋਲਿਆ ਤੇ ਕੁਹਾੜੇ ਵਰਗਾ ਹੀ ਹੈ, ਕੌੜਾ, ਕਿਉਂਕਿ ਜੱਟ ਦੀ ਬੋਲੀ ਬੜੀ ਕੜਵੀ ਹੁੰਦੀ ਹੈ, ਇਹ ਤੁਸੀਂ ਸਮਝਦੇ ਹੋ, ਕੋਈ ਜ਼ਿਆਦਾ ਪ੍ਰੇਮ ਨਹੀਂ ਹੈ ਵਿੱਚ। ਪਰ ਦੇਖੋ ਧੰਨਾ ਜੱਟ ਸਿੱਧਾ ਸਾਦਾ ਜਿਹਾ, ਕੀ ਮਨ ਵਿੱਚ ਆਇਆ ਵੀ ਇਹ ਮਨਾ ਚਮਿਆਰਾਂ ਦਾ ਰਵਿਦਾਸ ਭਗਤ ਬਣ ਗਿਆ, ਜੁਲਾਹਿਆਂ ਦਾ ਕਬੀਰ ਭਗਤ ਬਣ ਗਿਆ, ਆਖੇ ਨਾਮਦੇਵ ਸ਼ੀਮਿਆਂ ਦਾ ਭਗਤ ਬਣ ਗਿਆ, ਮੈਂ ਹੀ ਰਹਿ ਗਿਆ ਹਾਂ। ਮੈਂ ਜੱਟ ਖਵਾਉਂਦਾ ਹਾਂ, ਮੈਂ ਪਿੱਛੇ ਭੋਰਾ ਹਾਂ, ਮੈਂ ਵੀ ਨਾਮ ਜਪਾਂ। ਇਹ ਬਿਦ ਸੁਣ ਕੇ ਜੱਟੜੋ ਉੱਠ ਭਗਤੀ ਲਾਗਾ, ਮੇਰਾ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹ ਮਨ ਵਿੱਚ ਕਾਮਨਾ ਹੋ ਗਈ ਕਿ ਜਿੱਥੇ ਬਾਕੀ ਨਾਮ ਜਪਦੇ ਮੈਂ ਪਿੱਛੇ ਭੋਰਾ ਹਾਂ, ਮੈਂ ਵੀ ਆਪ ਦਾ ਜਨਮ ਸਫਲਾ ਕਰਾਂ। ਇਹ ਸਾਡੇ ਅੰਦਰ ਕਾਮਨਾ ਹੋਏ। ਜਦੋਂ ਇਹ ਕਾਮਨਾ ਸਾਡੇ ਕੋਲ ਆ ਗਈ, ਫਿਰ ਦੁਨੀਆ ਦੇ ਦੁੱਖ ਸੁੱਖ ਇਹ ਚੱਲਦੇ ਰਹਿਣਗੇ, ਪਰ ਅਸੀਂ ਉਹਦੇ ਵਿੱਚ ਸਹਾਇਤਾ ਨਹੀਂ ਕਰ ਸਕਦੇ ਹਾਂ। ਉਹ ਦੁੱਖ ਹੋਣਗੇ ਪਰ ਸਾਡੇ ਵਾਸਤੇ ਨਹੀਂ ਹੈ। ਕਮ ਸੇ ਕਮ ਅਸੀਂ ਦੁੱਖ ਤੋਂ ਬਚ ਸਕਾਂਗੇ ਜਦੋਂ ਖੁਦ ਨਾਮ ਜਪਣ ਲੱਗ ਪਏ। ਤਾਂ ਕਰਕੇ ਸਤਿਗੁਰੂ ਕਹਿਣ ਲੱਗੇ ਪੁਨ ਆਤਮ ਜੇ ਤਬ ਅਭਿਲਾਖੀ, ਤਾਂ ਕਹਿਣ ਲੱਗੇ ਲਾਭ ਨਹੀਂ ਪੁਰ ਪੂੰਜੀ ਰਾਖੀ। ਇੱਕ ਉਹ ਨੇ ਜਿਨ੍ਹਾਂ ਨੇ ਪੁੰਨ ਹੀ ਕਮਾਏ ਨੇ ਜੀਵਨ ਵਿੱਚ, ਬੜੇ ਪੁੰਨ ਕੀਤੇ ਆ, ਦਾਨ ਕੀਤਾ ਹੈ, ਬੜੇ ਬੜੇ ਸੇਵਾਦਾਰ ਹੈ, ਪਰ ਕਹਿਣ ਲੱਗੇ ਉਹਨਾਂ ਨੇ ਲਾਭ ਤੇ ਨਹੀਂ ਖੱਟਿਆ ਹੈ, ਅਸਲੀ ਲਾਹਾ ਤੇ ਨਹੀਂ ਖੱਟਿਆ ਹੈ। ਹਾਂ ਇੰਨਾ ਹੈ, ਉਹਨਾਂ ਨੂੰ ਇੱਕ ਮੌਕਾ ਫੇਰ ਮਿਲ ਜਾਏਗਾ, ਉਹਨਾਂ ਨੂੰ ਇੱਕ ਚਾਂਸ ਹੋਰ ਮਿਲ ਜਾਏਗਾ ਵੀ ਇੱਕ ਵਾਰੀ ਫੇਰ ਤੂੰ ਦੁਬਾਰਾ ਇੱਕ ਵਾਰੀ ਟਰਾਈ ਕਰ ਲੈ, ਦੁਬਾਰਾ ਇੱਕ ਵਾਰੀ ਤੂੰ ਪਰਮਾਤਮਾ ਦੇ ਦਰ 'ਤੇ ਕਬੂਲ ਹੋਣ ਦਾ ਯਤਨ ਕਰ ਲੈ, ਮਨੁੱਖਾ ਦੇਹ ਹੀ ਇੱਕ ਵਾਰੀ ਫੇਰ ਮਿਲ ਜਾਏਗੀ। ਪਰ ਜੇ ਫੇਰ ਨਾ ਨਾਮ ਜਪਿਆ, ਫੇਰ ਹੀ ਲੋਕਾਂ ਦੀ ਸੇਵਾ ਵਿੱਚ ਹੀ ਲੱਗਾ ਰਿਹਾ। ਠੀਕ ਹੈ, ਲੋਕਾਂ ਦੀ ਸੇਵਾ ਕਰਦਾ ਹਾਂ, ਪਰ ਕੀ ਹਾਲਤ ਹੈ ਸਾਡੀ, ਦੇ ਦੇ ਮੰਗੇ ਸਹਿਸਾ ਗੂਣਾ, ਸੋਭ ਕਰੇ ਸੰਸਾਰ। ਜੇਕਰ ਕੋਈ ਦਾਨੀ ਵੀ ਹੈ ਤੇ ਉਹ ਦਾਨ ਵੀ ਆਪ ਦੇ ਪ੍ਰਯੋਜਨ ਵਾਸਤੇ ਕਰਦਾ ਹੈ, ਸੋਚਦਾ ਹੈ ਮੈਂ ਇਹਨੂੰ 1000 ਦਿੰਦਾ ਹਾਂ, ਕੱਲ੍ਹ ਨੂੰ ਕਿਧਰੇ ਲੋੜ ਪੈ ਗਈ ਮੈਂ ਵੀ ਇਹਦੇ ਕੋਲ ਲੈ ਲਵਾਂਗਾ। ਇਹ ਸੋਚਦਾ ਹੈ ਸਤੀ ਪਾਪ ਕਰ ਸੱਤ ਕਮਾਵੈ। ਇਹ ਦਾਨੀ ਜਿਹੜਾ ਹੈ, ਇਹ ਦਾਨੀ ਸੱਚ ਜਾਣਿਓ, ਦਾਨ ਉਹ ਹੀ ਕਰਦਾ ਜਿਹਦੇ ਕੋਲ ਕੁਛ ਆਪ ਦੀ ਹੱਕ ਦੀ ਨਹੀਂ ਹੈ, ਕਿਉਂਕਿ ਦਾਨ ਕਰਨਾ ਵੈਸੇ ਬੜਾ ਮੁਸ਼ਕਿਲ ਹੈ, ਜੇ ਹੱਕ ਦੀ ਹੋਏ ਤਾਂ। ਇਹ ਸਮਝ ਲੈਣਾ ਤੁਸੀਂ, ਬਾਕੀ ਸਮਝਦਾਰ ਹੋ। ਕਹਿਣ ਲੱਗੇ ਸਤੀ ਪਾਪ ਕਰ ਸੱਤ ਕਮਾਵੈ। ਸਤੀ ਦਾਨੀ ਪਾਪ ਕਰਕੇ ਦਾਨ ਕਰਦਾ ਹੈ, ਤੇ ਕੀ ਉਹਦਾ ਦਾਨ ਲਾਹੇ ਪਏਗਾ? ਨਹੀਂ ਪਏਗਾ। ਇਹ ਜਿਨ੍ਹਾਂ ਦੇ ਹੱਡ ਚੂਸੇ ਹੈ, ਜਿਨ੍ਹਾਂ ਦਾ ਖੂਨ ਚੂਸ ਕੇ ਲੰਗਰ ਲਗਾਇਆ ਹੋਇਆ ਹੈ, ਲਾਹ ਉਹਨਾਂ ਨੂੰ ਮਿਲੇਗਾ, ਉਹਨੂੰ ਨਹੀਂ ਮਿਲੇਗਾ ਜਿਹੜਾ ਕਰਾ ਰਿਹਾ ਹੈ। ਇਹ ਤੇ ਸਮਝ ਲੈਣਾ। ਇੰਨਾ ਹੈ, ਉਹਨੂੰ ਇੱਕ ਹੋਰ ਮੌਕਾ ਮਿਲ ਜਾਏਗਾ, ਹੁਣ ਸੁਧਰ ਜਾ, ਇੱਕ ਵਾਰੀ ਫੇਰ ਸਮਝ ਲੈ। ਪਰ ਜੇ ਨਾ ਸਮਝਿਆ ਤਾਂ ਪੁਨ ਆਤਮ ਜੇ ਤਬ ਅਭਿਲਾਖੀ। ਉਹ ਐਸੇ ਪੁਨ ਆਤਮਾ ਜਿਹੜੀਆਂ ਨੇ ਤਬ ਦੇ ਅਭਿਲਾਖਾ ਕਰਨ ਵਾਲੇ ਨੇ, ਉਹਨਾਂ ਨੂੰ ਸੰਸਾਰ ਦੇ ਸੁੱਖ ਤਾਂ ਮਿਲ ਜਾਂਦੇ, ਜਿਨ ਲੀਏ ਲਾਭ ਸੋ ਸੁਨੋ ਕਹਾਣੀ। ਤੀਸਰੀ ਅਵਸਥਾ ਹੈ, ਇੱਕ ਨੇ ਬਿਲਕੁਲ ਮੂੜ ਅਗਿਆਨੀ, ਦੂਸਰੇ ਨੇ ਪੁੰਨ ਆਤਮਾ, ਪੁੰਨ ਕਰਦੇ ਨੇ, ਤੀਸਰੇ ਨੇ ਜਿਨ੍ਹਾਂ ਨੇ ਅਸਲੀ ਲਾਹਾ ਲੈ ਲਿਆ ਹੈ ਜ਼ਿੰਦਗੀ ਦਾ। ਉਹਦੇ ਬਾਰੇ ਸੁਣੋ, ਜਿਨ ਲਾਭ ਲਿਓ ਸੋ ਸੁਨੋ ਕਹਾਣੀ। ਉਹਨਾਂ ਦੀ ਕਹਾਣੀ ਸੁਣੋ। ਸਿਮਰਹਿ ਨਾਮ ਕਰਮ ਮਨ ਬਾਣੀ। ਉਹ ਸਿਮਰਨ ਕਰਦੇ ਹੈ, ਬੋਲਾਂ ਦੇ ਰਾਹੀਂ ਵੀ ਵਾਹਿਗੁਰੂ ਵਾਹਿਗੁਰੂ, ਅਤੇ ਹਿਰਦੇ ਕਰਕੇ ਵੀ ਸ਼ੁਕਰ ਹੈ ਮਾਲਕ ਜੀ ਤੁਹਾਡਾ ਸ਼ੁਕਰ ਹੈ। ਸਰੀਰ ਦੁਆਰਾ, ਮਨ ਬਾਣੀ ਸਰੀਰ ਕਰਕੇ, ਸਰੀਰ ਦੁਆਰਾ ਵੀ ਉਹ ਗੁਰੂ ਕੀ ਟਹਿਲ ਕਮਾਉਂਦੇ ਨੇ, ਗੁਰੂ ਕੇ ਸਿੱਖਾਂ ਦੀ ਟਹਿਲ ਕਰਦੇ ਨੇ, ਔਰ ਕੋਈ ਪ੍ਰਯੋਜਨ ਨਹੀਂ, ਕੋਈ ਮਤਲਬ ਨਹੀਂ ਕਿ ਮੈਨੂੰ ਸਿੱਖ ਹੁਣ ਵਡਿਆਈ ਦੇ ਦੇ। ਨਵਾਬ ਕਪੂਰ ਸਿੰਘ ਬਾਰੇ ਸੁਣਿਆ ਹੋਵੇਗਾ ਆਪ ਜੀ ਨੇ, ਉਹ ਘੋੜਿਆਂ ਦੀ ਲਿੱਦ ਚੁੱਕਦੇ ਨੇ। ਉਸ ਵੇਲੇ ਫਰਖਸ਼ੀਅਰ ਨੇ ਕਿਹਾ ਵੀ ਨਵਾਬ ਸਾਹਿਬ ਤੁਹਾਨੂੰ ਆ ਕਪੂਰ ਸਿੰਘ ਤੈਨੂੰ ਨਵਾਬੀ ਦੇ ਦਿੰਦੇ ਆ। ਕਹਿਣ ਲੱਗੇ ਮੈਂ ਨਵਾਬੀ ਨਹੀਂ ਲੈਣੀ ਹੈ। ਕਿਉਂ ਨਹੀਂ ਲੈਣੀ ਹੈ? ਆਖੇ ਮੇਰੇ ਕੋਲ ਸੇਵਾ ਪੁੱਛਦੀ ਹੈ, ਜਾਂ ਤਾਂ ਮੈਨੂੰ ਨਵਾਬ ਬਣਾ ਦਿਓ, ਪਰ ਮੈਂ ਸੇਵਾ ਨਹੀਂ ਛੱਡਣੀ ਹੈ। ਮੈਂ ਘੋੜਿਆਂ ਦੀ ਲਿੱਦ ਚੁੱਕਣੋਂ ਨਹੀਂ ਛੱਡ ਸਕਦਾ। ਕਿਉਂ ਨਹੀਂ ਛੱਡ ਸਕਦਾ? ਹਾਂ, ਇਸ 'ਤੇ ਮੇਰੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਸਵਾਰ ਹੁੰਦੇ ਨੇ, ਅਤੇ ਮੈਂ ਸਿੱਖਾਂ ਵਿੱਚ ਗੁਰੂ ਨੂੰ ਦੇਖਦਾ ਹੈ। ਸ਼ੇਰੇ ਪੰਜਾਬ ਬਾਰੇ ਸੁਣਿਆ ਹੈ, ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ। ਇਹ ਗੁਰੂ ਗੋਬਿੰਦ ਸਿੰਘ ਤੋਂ ਕਾਫੀ ਸਾਲ ਬਾਅਦ ਹੋਇਆ। ਇਸ ਜਦੋਂ ਰਾਜ ਤਖਤ 'ਤੇ ਬੈਠਾ ਹੈ, ਇਹਨੇ ਕਿਹਾ ਕੋਈ ਇਹੋ ਜਿਹਾ ਸਿੱਖ ਹੈਗਾ ਜਿਹਨੇ ਗੁਰੂ ਗੋਬਿੰਦ ਸਿੰਘ ਨੂੰ ਅੱਖਾਂ ਨਾਲ ਦੇਖਿਆ ਹੋਏ। ਇੱਕ ਬੁੱਢਾ ਜਿਹਾ ਠੇਠਾ, ਬਹੁਤ ਬਜ਼ੁਰਗ ਦੇਹੀ, ਬਿਰਧ ਸਰੀਰ ਹੈ। ਉਹਨੇ ਆਖਿਆ ਇਹ ਮਹਾਰਾਜਾ ਮੈਂ ਅੱਖਾਂ ਨਾਲ, ਇਹਨਾਂ ਅੱਖਾਂ ਨਾਲ ਮੈਂ ਗੁਰੂ ਗੋਬਿੰਦ ਸਿੰਘ ਨੂੰ ਦੇਖਿਆ। ਅਤੇ ਦੇਖੋ ਸਾਧ ਸੰਗਤ ਜੀ, ਹੈ ਰਾਜਾ ਹੈ,
ਪਰ ਕਿੰਨੀ ਸਿੱਖ ਦੀ ਸ਼ਰਧਾ ਹੋਏਗੀ ਉਹਦੀ। ਆਪਦੇ ਤਖਤ ਤੋਂ ਉੱਠਿਆ ਤੇ ਸ਼ੇਰੇ ਪੰਜਾਬ ਦਾ ਦਾੜਾ ਕਾਫੀ ਲੰਬਾ ਸੀ, ਆਪਦੇ ਦਾੜੇ ਨਾਲ ਉਹ ਸਿੱਖ ਦੇ ਚਰਨ ਸਾਫ਼ ਕਰਨ ਲੱਗ ਪਿਆ। ਉਹ ਸਾਰੇ ਨੇ ਆਖਿਆ ਮਹਾਰਾਜ ਜਿੱਦਾਂ ਕੋ ਕਰਦੇ ਹੋ। ਕਹਿਣ ਲੱਗੇ ਵੀ ਇਹ ਸਰੀਰ ਨੇ ਗੁਰੂ ਨੂੰ ਦੇਖਿਆ ਹੈ, ਮੈਂ ਇਸ ਨੂੰ ਕੁਰਬਾਨ ਜਾਂਦਾ ਹਾਂ। ਇਹੋ ਜਿਹੇ ਸਿੱਖ ਹੁੰਦੇ ਆ ਜਿਨ੍ਹਾਂ ਨੇ ਗੁਰਸਿੱਖਾਂ ਵਿੱਚ ਗੁਰੂ ਨੂੰ ਦੇਖਿਆ ਹੈ। ਇਹ ਜਿਹੜੇ ਮਨੁੱਖ ਹੈ ਇਹ ਮਨੁੱਖ ਨਹੀਂ ਹੈ, ਦੇਵਤੇ ਨੇ। ਕਹਿਣ ਲੱਗੇ ਜਿਨ੍ਹਾਂ ਨੇ ਇਸ ਜੀਵਨ ਵਿੱਚ ਮਨ ਬਾਣੀ ਸਰੀਰ ਕਰਕੇ ਮਨ ਦੁਆਰਾ ਵੀ ਸ਼ੁਕਰ ਕੀਤਾ ਹੈ, ਤਨ ਦੁਆਰਾ ਗੁਰਸਿੱਖਾਂ ਦੀ ਟਹਿਲ ਕਮਾਵੀ ਔਰ ਜ਼ਬਾਨ ਦੁਆਰਾ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ, ਉਹ ਮਨੁੱਖ ਸੋ ਲਾਹਾ ਲੈ ਗਏ ਦਰਬਾਰਾ। ਉਹ ਲਾਹਾ ਲੈ ਗਏ ਨੇ, ਉਹ ਸੱਚਖੰਡ ਵਿੱਚ ਸੋਭਨੀਕ ਹੁੰਦੇ ਹੈ, ਉਹਨਾਂ ਨੂੰ ਕੋਈ ਵੀ ਰੋਕ ਟੋਕ ਨਹੀਂ ਹੁੰਦੀ ਹੈ। ਉਹ ਪਰਮਾਤਮਾ ਦੇ ਬਹੁਤ ਨਿਕਟ ਚਲੇ ਜਾਂਦੇ। ਅਬ ਚਲ ਪਾਇਓ ਆਨੰਦ ਅਪਾਰਾ। ਉਹ ਅਬ ਚਲ ਪਦਵੀ ਪਾ ਲੈਂਦੇ ਆ ਜਿਹੜੀ ਕਦੇ ਨਹੀਂ ਜਾਂਦੀ ਹੈ, ਸਦਾ ਹੀ ਸੁਖ ਸਦਾ ਸੁਖ ਰਹਿੰਦਾ ਹੈ। ਫਿਰ ਉਹ ਕਦੇ ਵਾਸਤੇ ਦੁਕਾਲੰ ਕਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹ ਦੋਨਾਂ ਕਾਲਾਂ ਵਿੱਚ ਉਹਦੇ ਦੁੱਖ ਕੱਟਣ ਵਾਸਤੇ ਪਰਮਾਤਮਾ ਸਹਾਈ ਹੁੰਦੇ ਹੈ, ਫਿਰ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਹੈ। ਤਾਂ ਕਰਕੇ ਉਹ ਮਨੁੱਖ ਉਸ ਪਾਰਾਵਾਰ ਦੇ ਦਰਬਾਰ ਵਿੱਚ ਚਲੇ ਜਾਂਦੇ। ਤਾਂ ਤੇ ਮਾਨਕ ਤਨ ਲਖ ਪੂੰਜੀ। ਤਾਂ ਕਰਕੇ ਇਹ ਭਲੇ ਮਾਨਸੋ ਸਮਝ ਲੈਣਾ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੇਦੀਆਂ ਦੇ ਕੁਲ ਦੇ ਮਨੁੱਖਾਂ ਨੂੰ ਸਮਝਾ ਰਹੇ ਨੇ। ਇਹ ਭਲੇ ਮਾਨਸੋ ਸਮਝ ਲਓ, ਤੁਸੀਂ ਸਮਝੋ। ਭਜੋ ਨਾਮ ਤਜ ਇੱਛਾ ਦੂਜੀ। ਪਰਮਾਤਮਾ ਦਾ ਸਿਮਰਨ ਕਰਨਾ, ਉਹਦੀ ਬੰਦਗੀ ਕਰੀ ਜਾਓ, ਹੋਰ ਦੂਸਰੀ ਲਾਲਸਾ ਨਾ ਹੋਏ ਹਿਰਦੇ ਵਿੱਚ, ਹੋਰ ਦੂਜਾ ਕੋਈ ਪ੍ਰਯੋਜਨ ਹੀ ਨਾ ਹੋਏ। ਸਿਰਫ ਸ਼ੁਕਰ ਹੀ ਕਰਨਾ ਹੈ, ਸ਼ੁਕਰ ਹੀ ਕਰਨਾ ਹੈ। ਔਰ ਸਾਡੀ ਕਿੰਨੀ ਸ਼ੁੱਧਤਾ ਹੈ। ਕੋਈ ਸਾਡਾ ਰੁਮਾਲ ਡਿੱਗ ਪਿਆ ਫੜਾ ਦੇ, ਅਸੀਂ ਉਸੇ ਵੇਲੇ ਕਹਿੰਦੇ ਤੁਹਾਡਾ ਧੰਨਵਾਦ ਹੈ। ਛੋਟੀ ਜਿਹੀ ਗੱਲ ਹੈ, ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਸਾਨੂੰ ਕੋਈ 10-20 ਰੁਪਏ ਦੇ ਦੇ, ਸਾਰੀ ਉਮਰ ਅਸੀਂ ਉਹਦੇ ਆਸਾਨ ਬੰਦ ਰਹਿੰਦੇ ਹਾਂ। ਆਖੇ ਫਲਾਣੇ ਸਮੇਂ ਮੇਰੀ ਉਹਨੇ ਮਦਦ ਕੀਤੀ ਸੀ। ਪਰ ਐਡਾ ਵੱਡਾ ਪਰਮਾਤਮਾ ਜਿਹਦੇ ਬਾਰੇ ਅਸੀਂ ਕੁਛ ਕਹਿ ਹੀ ਨਹੀਂ ਸਕਦੇ ਹਾਂ, ਉਹਦਾ ਸ਼ੁਕਰ ਕਰਨ ਵਾਸਤੇ ਸਾਡਾ ਸਮਾਂ ਹੀ ਨਹੀਂ ਹੈ, ਸਾਡੇ ਕੋਲ ਸਮਾਂ ਹੀ ਨਹੀਂ। ਕਿਹੋ ਜਿਹੇ ਮਨੁੱਖ ਹਾਂ ਅਸੀਂ। ਇਹ ਸਾਡੀ ਕਿੰਨੀ ਸ਼ੁੱਧਤਾ ਹੈ। ਛੋਟੇ ਜਿਹੇ ਕੰਮਾਂ ਵਾਸਤੇ ਅਸੀਂ ਲੋਕਾਂ ਦੇ ਅੱਗੇ ਪਿੱਛੇ ਦੌੜਦੇ ਫਿਰਦੇ ਹਾਂ। ਕੋਈ ਨੌਕਰੀ ਲਵਾ ਦੇ ਸਾਨੂੰ 5-10 ਹਜ਼ਾਰ ਰੁਪਏ ਦੀ, ਉਹਦੇ ਜਾ ਕੇ ਅਸੀਂ ਪੈਰ ਚੱਟਦੇ ਫਿਰਦੇ ਹਾਂ। ਪਰ ਐਡਾ ਵੱਡਾ ਦਾਤਾ ਸਤਿਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਮਨਮੁਖ ਬੰਦੇ ਦਾ ਬੰਦਾ ਬਣ ਜਾਂਦਾ ਹੈ, ਪਰ ਗੁਰੂ ਦਾ ਸਿੱਖ ਨਹੀਂ ਬਣਦਾ ਹੈ। ਜਿਹੜਾ ਗੁਰੂ ਦਾ ਸਿੱਖ ਹੋ ਗਿਆ ਹੈ ਉਹਨੂੰ ਫਿਰ ਇਹ ਦੁਨਿਆਵੀ ਸ਼ੌਹਰਤਾਂ ਚੰਗੀਆਂ ਨਹੀਂ ਲੱਗਦੀਆਂ ਨੇ। ਉਹਨੂੰ ਮਿਲ ਸਾਰਾ ਕੁਛ ਜਾਂਦਾ ਹੈ, ਪਰ ਉਹ ਲਿਪਾਏ ਮਨ ਨਹੀਂ ਹੁੰਦਾ ਹੈ। ਉਹ ਕਮਲਵਤ ਕਮਲ ਦੀ ਤਰ੍ਹਾਂ ਖਿਲਿਆ ਰਹਿੰਦਾ ਹਮੇਸ਼ਾ। ਪਰ ਦੇਖੋ ਬੜੇ ਬੜੇ ਕਮਾਈ ਵਾਲੇ ਮਨੁੱਖ ਦੇਖੇ ਇੱਥੇ, ਬੜੇ ਬੜੇ 100-100 200-200 ਕਿੱਲਾ ਵੀ ਬਣਾ ਲੈਂਦੇ ਮਨੁੱਖ, ਪਰ ਉਹਨਾਂ ਦੀ ਹਾਲਤ ਦੇਖਿਓ ਜਰਾ। ਪੈਰੀ ਜੋੜਾ ਨਹੀਂ ਹੁੰਦਾ, ਪੱਗ ਪੁੱਗ ਉਹਨਾਂ ਦੀ ਕੋਈ ਲੱਥੀ ਹੁੰਦੀ ਹੈ, ਮੂੰਹ 'ਤੇ ਕੋਈ ਨੂਰਾਨੀ ਨਹੀਂ, ਕੁਛ ਵੀ ਨਹੀਂ। ਇੱਥੋਂ ਤੱਕ ਕਿ ਦੁਖੀ ਹੋਏ ਦਿਸਦੇ ਹੈ। ਉਹ ਇਹੋ ਹੀ ਉਹਨਾਂ ਕੋਲ ਸੁਣੀਦਾ ਹੈ, ਆਖੇ ਮੈਂ ਬੜੀ ਕਮਾਈ ਕੀਤੀ ਸੀ, ਹੁਣ ਮੈਨੂੰ ਕੋਈ ਰੋਟੀ ਨਹੀਂ ਪੁੱਛਦਾ ਹੈ। ਕੀ ਕੀਤਾ ਜਾਏ ਫਿਰ ਹੁਣ ਤੇਰਾ? ਇਹ ਤਾਂ ਤੂੰ ਆਪ ਜਾਣਨਾ ਸੀ, ਸਮਝਣਾ ਚਾਹੀਦਾ ਸੀ ਤੈਨੂੰ ਉਦੋਂ। ਤੂੰ ਉਦੋਂ ਥੋੜ੍ਹਾ ਸਮਝ ਵਿਚਾਰ ਕਰਦਾ ਕਿ ਜਿੱਥੇ ਮੈਂ ਪਰਿਵਾਰ ਬਾਰੇ ਸੋਚਦਾ ਹਾਂ ਉੱਥੇ ਆਪਣੇ ਬਾਰੇ ਵੀ ਕੁਝ ਸੋਚ ਲਵਾਂ, ਕੁਝ ਆਪਣਾ ਵੀ ਸਵਾਰ ਲਵਾਂ। ਪਰ ਉਦੋਂ ਕਹਿੰਦਾ ਨਹੀਂ, ਮੈਂ ਤਾਂ ਮਾਇਆ ਦਾ ਪੁੱਤ ਬਣਨਾ ਹੈ, ਮੈਂ ਮਾਇਆ ਬਹੁਤੀ ਕਮਾਉਣੀ ਹੈ। ਲੋਕ ਕਹਿਣ ਬੜੀ ਪੈਲੀ ਬਣਾ ਲਈ ਇਹਨੇ, ਬੜਾ ਧਨ ਕਮਾ ਲਿਆ। ਪਰ ਕੀ ਹੋਇਆ? ਮੁੜ ਕੇ ਦੁਖੀ ਹੋਏ ਦੇਖੀਦੇ ਨੇ। ਇਹ ਜਾਨਵਰ ਦੇਖੋ ਤੁਸੀਂ, ਜਦੋਂ ਬੁੱਢੇ ਹੋ ਜਾਂਦੇ ਆ, ਕਿਧਰੇ ਬੁੱਢਾ ਸ਼ੇਰ ਦੇਖਿਓ, ਉਹਦਾ ਹੋਰ ਪ੍ਰਤਾਪ ਵੱਧ ਜਾਂਦਾ ਹੈ। ਬੁੱਢਾ ਬੋਹੜ ਦੇਖਿਓ ਕਿਧਰੇ। ਇਹ ਰੁੱਖ ਦੇਖੇ ਨੇ ਕਿਤੇ, ਜਿੰਨੇ ਪੁਰਾਣੇ ਉਹਨੇ ਵਧੀਆ ਲੱਗਦੇ ਆ। ਪਰ ਮਨੁੱਖ ਹੀ ਹੈ ਇੱਕ, ਜਦੋਂ ਕਿਤੇ 50 ਤੋਂ ਟੱਪ ਜਾਂਦਾ ਹੈ, ਮੂੰਹ ਹੀ ਉਹਦਾ ਹੋਰ ਹੋ ਜਾਂਦਾ ਹੈ, ਰੰਗ ਰੂਪ ਬਦਲ ਜਾਂਦਾ ਹੈ, ਪਤਾ ਨਹੀਂ ਕੀ ਹੋ ਜਾਂਦਾ ਹੈ। ਇੰਨਾ ਜ਼ਿਆਦਾ ਜਕੜ ਗਏ, ਕੁਦਰਤ ਤੋਂ ਭੁੱਲ ਗਏ ਹਾਂ, ਕੁਦਰਤ ਨਾਲ ਸਾਡਾ ਸੰਬੰਧ ਨਹੀਂ ਰਹਿ ਗਿਆ ਹੈ। ਤਾਂ ਕਰਕੇ ਅਸੀਂ ਦੁਖੀ ਹੋ ਰਹੇ ਹਾਂ। ਇਹ ਸਮਝ ਕਰ, ਜਿਨ੍ਹਾਂ ਨੇ ਪਰਮਾਤਮਾ ਦਾ ਭਜਨ ਕੀਤਾ, ਸੁਣ ਉਪਦੇਸ਼ ਧੰਨ ਧੰਨ ਕਹਹੀਂ। ਇਹ ਸਾਰੇ ਮਨੁੱਖ ਧੰਨ ਧੰਨ ਕਹਿ ਰਹੇ ਨੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ। ਸਾਰੇ ਮਨੁੱਖ ਕਹਿ ਰਹੇ ਨੇ ਧੰਨ ਹੋ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਬਰਸ ਰਹੀ ਹੈ। ਮਹਾਂਪੁਰਖ ਪੂਰਨ ਇਹ ਅਹਹੀਂ। ਔਰ ਸਾਰੇ ਕਹਿ ਰਹੇ ਨੇ ਇਹ ਮਹਾਂਪੁਰਖ ਨੇ, ਇਹ ਵੱਡੇ ਮਹਾਂਪੁਰਖ ਨੇ, ਪਰਮਾਤਮਾ ਦਾ ਸਾਖਸ਼ਾਤ ਸਰੂਪ ਹੈ। ਇਹ ਸਾਰੇ ਮਨੁੱਖਾਂ ਦੀ ਜ਼ਬਾਨ 'ਚੋਂ ਨਿਕਲਦਾ, ਜਿਨ ਮਾਨਿਓ ਪੁਨ ਕੀਨ ਕਮਾਵਨ,
ਜਿਨ੍ਹਾਂ ਨੇ ਸਤਿਗੁਰਾਂ ਨੂੰ ਮੰਨਿਆ, ਫਿਰ ਕਮਾਵਣਾ ਵੀ ਕੀਤਾ। ਸਾਰੇ ਮਨੁੱਖ ਜਿਹੜੇ ਉੱਥੇ ਸੀ ਨਾ ਤਲਵੰਡੀ ਵਿਖੇ, ਸਤਿਗੁਰਾਂ ਦਾ ਨਾਮ ਜਪਦੇ, ਤਿਨ ਹੀ ਲਹਿਓ ਪਰਮ ਪਦ ਪਾਵਨ। ਜਿਨ੍ਹਾਂ ਨੇ ਸਾਧ ਸੰਗਤ ਜੀ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਇਆ ਹੈ ਨਾ, ਜਿਨੀ ਸੁਣ ਕੇ ਮੰਨਿਆ, ਜਿਨ੍ਹਾਂ ਨੇ ਸੁਣ ਕੇ ਮੰਨਿਆ ਹੈ, ਫਿਰ ਕਮਾਈ ਕੀਤੀ ਹੈ, ਉਹ ਫਿਰ ਮੁਕਤ ਹੋ ਜਾਂਦੇ ਹੈ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਆਪ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਹੈ, ਜੋ ਅਡੋਲ ਹੋ ਕੇ ਆਪ ਦਾ ਸਮਾਂ ਸਤਿਗੁਰਾਂ ਦੇ ਲੇਖੇ ਲਾਇਆ। ਆਪ ਜੀ ਦਾ ਧੰਨਵਾਦ। ਆਪ ਜੀ ਦੇ ਅੰਦਰ ਬੈਠੇ ਪਾਰਬ੍ਰਹਮ ਸਰੂਪ ਨੂੰ ਸਾਡੀ ਰੋਮ ਰੋਮ ਕਰਕੇ ਨਮਸਕਾਰ ਹੈ। ਆਓ ਅਖੀਰਲੀਆਂ ਪੰਕਤੀਆਂ ਪੜ੍ਹੀਏ, ਗੁਰ ਫਤਿਹ ਵਿੱਚ ਸਾਂਝ ਪਾਈਏ। ਮਹਾਂਪੁਰਖ ਜਿਨ ਮਾਨਿਓ, ਮਹਾਂਪੁਰਖ ਪੂਰਨ ਇਹ ਅਹਰੀ। ਜਿਨ ਮਾਨਿਓ ਪੁਨ ਕੀਨ ਕਮਾਵਨ, ਤਿਨ ਹੀ ਲਹਿਓ ਪਰਮ ਪਦ ਪਾਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।